ਸਤਨਾਮ ਵਾਹਿਗੁਰੂ ਸਾਹਿਬ ਜੀਓ। ਰੁਚਰ ਪੁਸ਼ਪ ਕੀ ਸੇਜ ਬਿਛਾਵੇ, ਨਿਜ ਆਵਾਸ ਬਹੁ ਦੀਪ ਜਗਾਵੇ। ਸੋ ਸੁਹਾਗਣ ਨਾਮ ਧਰਾਇਓ, ਸਭ ਲੋਗਨ ਮਹਿਮਾਨ ਬਧਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਸਰਵ ਸੁੱਖਾਂ ਦੇ ਦਾਤੇ, ਚਵਰ ਛਤਰ ਤਖਤ ਦੇ ਮਾਲਕ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਆ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਹਜ਼ੂਰੀ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਅਮੋਲ ਬਚਨ, ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਆਪ ਜੀ ਨੇ ਸਰਵਣ ਕੀਤੇ ਨੇ। ਸਤਿਗੁਰੂ ਜੀ ਬੜਾ ਮਹਾਨ ਗਿਆਨ ਇਸ ਮੁਖ ਵਾਕ ਰਾਹੀਂ ਸਾਨੂੰ ਦੇ ਰਹੇ ਨੇ ਕਿ ਉਸ ਪਰਮਾਤਮਾ ਨੂੰ ਤੁਸੀਂ ਬਾਹਰੋਂ ਕਿਉਂ ਲੱਭਦੇ ਹੋ, ਜੰਗਲਾਂ ਚੋਂ, ਤੀਰਥਾਂ ਤੋਂ, ਕਿਤੋਂ ਵੀ ਕਿਉਂ ਲੱਭਦੇ ਹੋ। ਅਸੀਂ ਉਹਨੂੰ ਬਾਹਰ ਜਾਣ ਕੇ ਕਿਉਂ ਰੌਲਾ ਪਾਉਂਦੇ ਕਿ ਉਹ ਬਾਹਰ ਬੈਠਾ ਹੋਇਆ ਹੈ। ਉਹ ਪਰਮਾਤਮਾ ਸਾਰੇ ਥਾਵਾਂ 'ਤੇ ਹੈ, ਤੁਹਾਡੇ ਅੰਦਰ ਵੀ ਹੈ। ਜਿਵੇਂ ਫੁੱਲ 'ਚ ਸੁਗੰਧੀ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਪ੍ਰਤੀਬਿੰਬ ਹੁੰਦਾ ਹੈ। ਫੁੱਲ ਦੀ ਸੁਗੰਧੀ ਫੜੀ ਨਹੀਂ ਜਾ ਸਕਦੀ, ਦੇਖੀ ਨਹੀਂ ਜਾ ਸਕਦੀ, ਮਾਣੀ ਜਾ ਸਕਦੀ ਹੈ। ਦੁਨੀਆ ਪ੍ਰਮਾਤਮਾ ਨੂੰ ਆਕਾਰ ਵਾਂਗੂ ਦੇਖਣਾ ਚਾਹੁੰਦੀ ਹੈ, ਕਿਸੇ ਮਨੁੱਖ ਵਾਂਗੂ ਦੇਖਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਦੁਨੀਆ ਸਰੀਰਾਂ ਦੀ ਪੂਜਾ ਨਾਲ ਜੁੜ ਜਾਂਦੀ ਹੈ, ਆਕਾਰ ਨਾਲ ਜੁੜ ਜਾਂਦੀ ਹੈ। ਇਸ ਆਕਾਰ ਦੇ ਵਿੱਚ ਜੋ ਨਿਰਾਕਾਰ ਬੈਠਾ ਹੈ, ਉਹ ਦੇਖਣ ਦੀ ਦ੍ਰਿਸ਼ਟੀ ਮਨੁੱਖ ਦੇ ਕੋਲ ਨਹੀਂ ਹੈ। ਦਰਅਸਲ ਦ੍ਰਿਸ਼ਟੀ ਤਾਂ ਮਿਲ ਸਕਦੀ ਸੀ, ਮਨੁੱਖ ਦੇ ਅੰਦਰ ਹੈ ਵੀ ਹੈ, ਪਰ ਜਿਵੇਂ ਆਪਾਂ ਦੇਖਦੇ ਸ਼ੀਸ਼ੇ ਤੇ ਕਾਲਖ ਜੰਮ ਜਾਏ ਤੇ ਸ਼ੀਸ਼ੇ ਵਿੱਚੋਂ ਸਾਨੂੰ ਆਪਣਾ ਆਪ ਨਜ਼ਰ ਨਹੀਂ ਆਉਂਦਾ। ਜਿਵੇਂ ਕਿਸੇ ਥਾਂ ਤੇ ਪਾਣੀ ਦੇ ਉੱਪਰ ਕਾਈ ਜੰਮ ਜਾਏ, ਪਾਣੀ ਨਜ਼ਰ ਨਹੀਂ ਆਉਂਦਾ। ਸਾਡੇ ਅੰਦਰ ਭਰਮ ਦੀ ਇੱਕ ਕਾਈ ਜੰਮ ਗਈ ਹੈ। ਸਤਿਗੁਰੂ ਜੀ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਸੋਝੀ ਦਿੱਤੀ, ਗਿਆਨ ਦਿੱਤਾ ਕਿ ਅੰਦਰ ਬਾਹਰ ਤੇ ਇੱਕੋ ਹੀ ਪ੍ਰਮਾਤਮਾ ਹੈ। ਤੂੰ ਕਿਉਂ ਭਟਕਦਾ ਹੈ ਬਾਹਰ, ਕਿਉਂ ਉਹਨੂੰ ਬਾਹਰੋਂ ਲੱਭਦਾ ਹੈ, ਕਿਉਂ ਤੂੰ ਪਰੇਸ਼ਾਨ ਹੈ। ਮਨੁੱਖ ਕਹਿੰਦਾ ਕਿ ਉਹ ਜੇ ਅੰਦਰ ਬਾਹਰ ਇੱਕ ਪ੍ਰਮਾਤਮਾ ਹੈ ਤੇ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ। ਗੱਲ ਹੈ ਕਿ ਗੁਰੂ ਕੋਲ ਆਉਣ ਦੀ ਕਿਉਂ ਲੋੜ ਹੈ, ਧਰਮ ਗ੍ਰੰਥ ਪੜ੍ਹਨ ਦੀ ਲੋੜ ਕਿਉਂ ਹੈ, ਜਾਂ ਐਵੇਂ ਕਹਿ ਲਓ ਕਿ ਪ੍ਰਮਾਤਮਾ ਦੇ ਪਿਆਰਿਆਂ ਕੋਲ ਬੈਠਣ ਦੀ ਕਿਉਂ ਲੋੜ ਹੈ, ਜਾਂ ਕੌਣ ਪ੍ਰਮਾਤਮਾ ਦੇ ਪਿਆਰੇ ਨੇ, ਦਾ ਮਕਸਦ ਕੀ ਹੈ। ਧਰਮ ਦਾ ਮਕਸਦ ਸੀ ਲੋਕਾਂ ਦੇ ਅੰਦਰੋਂ ਭਰਮ ਨੂੰ ਦੂਰ ਕਰਨਾ, ਲੋਕਾਂ ਦੇ ਅੰਦਰੋਂ ਅਗਿਆਨਤਾ ਨੂੰ ਦੂਰ ਕਰਨਾ। ਧਾਰਮਿਕ ਉਹੀ ਵਿਅਕਤੀ ਹੈ ਜਿਹੜਾ ਲੋਕਾਂ 'ਚੋਂ ਅਗਿਆਨਤਾ ਦੂਰ ਕਰਦਾ ਹੈ। ਜਿਹੜਾ ਧਰਮ ਦੇ ਨਾਂ ਤੇ ਭਰਮ ਖੜੇ ਕਰਦਾ ਹੈ, ਉਹ ਮਨੁੱਖ ਕਦੀ ਧਾਰਮਿਕ ਹੋ ਹੀ ਨਹੀਂ ਸਕਦਾ। ਪਖੰਡੀ ਹੋਏਗਾ, ਉਹ ਢੌਂਗੀ ਹੋਏਗਾ, ਗੱਲ ਵੱਖਰੀ ਹੈ। ਧਰਮ ਦਾ ਅਰਥ ਲੋਕਾਂ ਨੂੰ ਗਿਆਨ ਦੇਣਾ ਹੈ, ਜ਼ਿੰਦਗੀ ਦੀ ਸੋਝੀ ਦੇਣਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਸਾਨੂੰ ਗੁਰੂ ਨੇ ਇੱਕੋ ਹੀ ਗੱਲ ਦਿੱਤੀ ਕਿ ਅੰਦਰ ਬਾਹਰ ਸਾਰੇ ਥਾਵਾਂ ਤੇ ਇੱਕੋ ਹੀ ਪ੍ਰਮਾਤਮਾ ਹੈ। ਪਰ ਸਵਾਲ ਹੈ ਕਿ ਸਾਨੂੰ ਉਹ ਪ੍ਰਮਾਤਮਾ ਕਿਉਂ ਨਹੀਂ ਨਜ਼ਰ ਆਉਂਦਾ। ਸਤਿਗੁਰੂ ਜੀ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਤੁਹਾਡੇ ਹਿਰਦੇ ਦੇ ਸ਼ੀਸ਼ੇ ਤੇ ਭਰਮ ਦੀ ਕਾਈ ਜਮੀ ਹੋਈ ਹੈ। ਭਰਮ ਦੀ ਕਾਈ, ਕਈ ਭਰਮ ਨੇ ਸਾਡੇ ਮਨ 'ਚ। ਇਹ ਵੀ ਤੇ ਭਰਮ ਹੈ ਕਿ ਪ੍ਰਮਾਤਮਾ ਇੱਥੇ ਨਹੀਂ ਹੈ ਤੇ ਉੱਥੇ ਹੈ। ਸਾਡੀ ਇੱਥੇ ਗੱਲ ਪ੍ਰਮਾਤਮਾ ਨਹੀਂ ਸੁਣਦਾ, ਉੱਥੇ ਬਹੁਤੀ ਸੁਣ ਲਏਗਾ, ਜਾਂ ਇਸ ਤਰੀਕੇ ਨਾਲ ਬਹੁਤੀ ਸੁਣ ਲਏਗਾ। ਇਹ ਇੱਕ ਬੜਾ ਵੱਡਾ ਭਰਮ ਹੈ, ਔਰ ਭਰਮ ਪਾਇਆ ਵੀ ਅਖੌਤੀ ਧਾਰਮਿਕ ਲੋਕਾਂ ਨੇ ਹੈ। ਧਾਰਮਿਕ ਲੋਕਾਂ ਨੇ ਇਹ ਭਰਮ ਮੁਕਤ ਕਰਨੇ ਸਨ। ਪਰ ਜਦੋਂ ਅਸੀਂ ਧਰਮ ਦੀ ਦੁਨੀਆ 'ਚ ਨਜ਼ਰ ਮਾਰਦੇ ਹਾਂ, ਸਭ ਤੋਂ ਜ਼ਿਆਦਾ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਪਾਇਆ ਹੀ ਧਾਰਮਿਕ ਲੋਕਾਂ ਨੇ ਹੈ। ਧਰਮ ਦੇ ਨਾਂ ਤੇ ਭਰਮਾਇਆ ਬਹੁਤ ਹੈ। ਸਤਿਗੁਰੂ ਜੀ ਕਹਿੰਦੇ ਜਨ ਨਾਨਕ ਬਿਨ ਆਪਾਂ ਚੀਨੇ, ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਅਸੀਂ ਆਪਣੇ ਅੰਦਰ ਝਾਤ ਨਹੀਂ ਮਾਰਦੇ, ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ, ਆਪਾਂ ਕੌਣ ਆ, ਅਸੀਂ ਕੀ ਲੈਣ ਲਈ ਆਏ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ, ਸਾਡੀ ਜ਼ਿੰਦਗੀ ਦੀ ਵੈਲਿਊ ਕੀ ਹੈ, ਸਾਡੀ ਜ਼ਿੰਦਗੀ ਦੀ ਪੋਸਿਬਿਲਿਟੀ ਕੀ ਹੈ, ਉਹਨਾਂ ਚਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ, ਕਦੀ ਪਰਮਾਤਮਾ ਦੀ ਨੇੜਤਾ ਮਾਣ ਹੀ ਨਹੀਂ ਸਕਦੇ। ਅਸੀਂ ਜ਼ਿੰਦਗੀ 'ਚ ਸੁਖੀ ਹੋ ਹੀ ਨਹੀਂ ਸਕਦੇ। ਜਦੋਂ ਅਸੀਂ ਮਨੁੱਖਤਾ 'ਚ ਨਜ਼ਰ ਮਾਰਦੇ, ਮਨੁੱਖੀ ਸਮਾਜ ਵਿੱਚ ਧਰਮ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਹੈ।
ਧਰਮ ਦੇ ਨਾਂ ਤੇ ਬੜੀ ਮਨੀ ਪਾਵਰ ਵੀ ਲੱਗ ਰਹੀ ਹੈ, ਧਰਮ ਦੇ ਨਾਂ ਤੇ ਮੈਨ ਪਾਵਰ ਵੀ ਲੱਗ ਰਹੀ ਹੈ। ਸੱਚ ਜਾਣਨਾ, ਜਿੰਨੀ ਮਨੀ ਪਾਵਰ ਧਰਮ ਦੇ ਨਾਂ ਤੇ ਲੱਗ ਰਹੀ ਹੈ ਜਾਂ ਮੈਨ ਪਾਵਰ, ਜੇ ਇਹ ਕਿਤੇ ਸੂਝ-ਬੂਝ ਨਾ ਵਰਤੀ ਜਾਏ ਤੇ ਇਹ ਧਰਤੀ ਸਵਰਗ ਬਣ ਸਕਦੀ ਹੈ। ਧਰਤੀ ਦਾ ਕੋਈ ਮਨੁੱਖ ਦੁਖੀ ਰਹਿ ਹੀ ਨਹੀਂ ਸਕਦਾ, ਕੋਈ ਮਨੁੱਖ ਭੁੱਖਾ ਰਹਿ ਹੀ ਨਹੀਂ ਸਕਦਾ, ਕੋਈ ਮਨੁੱਖ ਚਿੰਤਾ 'ਚ ਰਹਿ ਹੀ ਨਹੀਂ ਸਕਦਾ। ਇਹ ਸਿਰਫ ਅਗਿਆਨਤਾ ਕਰਕੇ ਸਭ ਕੁਝ ਖੜਾ ਹੋਇਆ। ਆਮ ਲੋਕਾਂ 'ਚ ਅਗਿਆਨਤਾ ਇਹ ਗੱਲ ਵੱਖਰੀ ਹੈ, ਧਰਮ ਦੀ ਦੁਨੀਆ 'ਚ ਰਹਿਣ ਵਾਲੇ ਘੋਰ ਅਗਿਆਨਤਾ 'ਚ ਪਸਰੇ ਬੈਠੇ ਨੇ। ਆਪਾਂ ਦੇਖਦੇ ਹੀ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਅੰਦਰੋਂ ਇਹ ਅਗਿਆਨਤਾ ਹੀ ਕੱਟਣ ਦਾ ਯਤਨ ਕੀਤਾ ਸੀ, ਇਹਨਾਂ ਭਰਮ ਭੁਲੇਖਿਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਦੀ ਇੱਕ ਗਾਥਾ ਆਪ ਜੀ ਸੁਣ ਰਹੇ ਹੋ। ਸਤਿਗੁਰੂ ਜੀ ਤੁਰੇ ਨੇ ਕਰਤਾਰਪੁਰ ਤੋਂ ਸਿਆਲਕੋਟ ਹੁੰਦੇ ਹੋਏ, ਸਤਿਗੁਰੂ ਜੀ ਇੱਕ ਨਗਰ ਵਿੱਚ ਪਹੁੰਚੇ ਨੇ। ਨਗਰ ਦੇ ਬਾਹਰ-ਬਾਹਰ ਢੋਲ ਵੱਜ ਰਹੇ ਨੇ, ਬੜੇ ਬੜੇ ਨਗਾਰੇ ਵੱਜ ਰਹੇ ਨੇ, ਬੜੇ ਉੱਚੇ ਝੰਡੇ ਝੂਲ ਰਹੇ ਨੇ, ਬਹੁਤ ਵੱਡਾ ਇਕੱਠ ਹੋਇਆ ਹੋਇਆ। ਦਰਅਸਲ ਇੱਕ ਅਖੌਤੀ ਪਖੰਡੀ ਧਾਰਮਿਕ ਬੰਦਾ। ਇਹ ਗੱਲ ਚੇਤੇ ਰੱਖਣਾ, ਜਿੱਥੇ ਬਹੁਤੀਆਂ ਭੀੜਾਂ ਹੋਣ ਜ਼ਰੂਰੀ ਨਹੀਂ ਕਿ ਉੱਥੇ ਧਰਮ ਹੋਏ। ਧਾਰਮਿਕ ਲੋਕਾਂ ਦੀਆਂ ਕਦੀ ਵੀ ਭੀੜਾਂ ਤੁਸੀਂ ਧਰਤੀ ਤੇ ਨਹੀਂ ਦੇਖੋਗੇ। ਧਾਰਮਿਕ ਜਦੋਂ ਮਨੁੱਖ ਬਣਦਾ ਹੈ, ਉਹ ਦੁਨੀਆ ਦੀ ਲੋਕ ਲਾਜ ਤੋਂ, ਦਿਖਾਵੇ ਤੋਂ, ਅਡੰਬਰ ਤੋਂ, ਮੋਮਾਇਆ ਤੋਂ ਨਿਰੋਲ ਮੁਕਤ ਹੋ ਜਾਂਦਾ ਹੈ। ਇਹ ਮਾਰਗ ਥੋੜਾ ਔਖਾ ਹੈ, ਲੇਕਿਨ ਧਾਰਮ ਮਨੁੱਖ ਜਿਹੜਾ ਉਹ ਪਰਮ ਸੁਖੀ ਹੋ ਜਾਂਦਾ ਹੈ। ਇਸ ਥਾਂ ਤੇ ਬੜੀ ਭੀੜ ਲੱਗੀ ਹੋਈ ਹੈ। ਭਰਮ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੱਲਦੇ ਚਲਾਉਂਦੇ ਇਸ ਇਲਾਕੇ 'ਚ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਇਲਾਕੇ ਦੀ ਜਾਣਕਾਰੀ ਲੈ ਰਹੇ ਨੇ ਕਿ ਇਹ ਕਾਰਨ ਕੀ ਹੈ, ਢੋਲ ਕਿਉਂ ਵੱਜ ਰਹੇ ਨੇ। ਇੱਕ ਇਹੋ ਜਿਹਾ ਵਿਅਕਤੀ ਜਿਹੜਾ ਬੜਾ ਪਖੰਡੀ ਸੀ, ਉਹਨੇ ਆਪਣਾ ਇਹ ਅਸਥਾਨ ਬਣਾਇਆ ਹੋਇਆ ਸੀ। ਲੋਕਾਂ ਦੇ ਵਿੱਚ ਉਹਨੇ ਇੱਕ ਗੱਲ ਕੀ, ਆਪਣਾ ਨਾਮ ਰੱਖਿਆ ਸੀ ਸ਼ਾਹੋ ਸੁਹਾਗਣ ਸੀ ਉਹ ਵਿਅਕਤੀ ਬੰਦਾ। ਲੇਕਿਨ ਦੂਜ ਦੀ ਦਿਨ ਜਿਵੇਂ ਜਿੰਦਾ ਏਕਮ ਹੁੰਦੀ ਹੈ, ਦੂਜ ਹੁੰਦੀ, ਤੀਜ ਹੁੰਦੀ, ਦੂਜ ਦਾ ਜਦੋਂ ਚੰਦਰਮਾ ਚੜ੍ਹਦਾ ਹੈ, ਉਸ ਦਿਨ ਨੂੰ ਉਸਨੇ ਇਹ ਦਿਨ ਰੱਖਿਆ ਸੀ ਕਿ ਅੱਜ ਦੇ ਦਿਨ ਮੇਰਾ ਸ਼ੌ ਭਾ ਪਰਮਾਤਮਾ ਮੈਨੂੰ ਮਿਲਣ ਲਈ ਆਉਂਦਾ। ਉਹਨੇ ਪਰਮਾਤਮਾ ਨੂੰ ਇੱਕ ਵਿਅਕਤੀ ਵਾਂਗੂ ਸਮਝਿਆ ਹੋਇਆ ਸੀ। ਅਸੀਂ ਵੀ ਵਿਅਕਤੀ ਸਮਝਦੇ, ਅਸੀਂ ਕਹਿੰਦੇ ਰੱਬ ਕਿਤੇ ਉਹ ਦੂਰ ਬੈਠਾ ਹੈ ਆਕਾਸ਼ 'ਚ, ਆਪਣਾ ਵੱਖਰਾ ਹੀ ਘਰ ਬਣਾ ਕੇ ਸਾਡੇ ਤੋਂ ਦੂਰ ਹੈ। ਕੋਈ ਸੋਚਦਾ ਦੱਖਣ 'ਚ ਹੈ, ਕੋਈ ਸੋਚਦਾ ਪੱਛਮ 'ਚ ਹੈ, ਕੋਈ ਸੋਚਦਾ ਪੂਰਬ 'ਚ ਹੈ, ਕਈਆਂ ਸੋਚਿਆ ਰੱਬ ਕਿਤੇ ਹੇਠਾਂ ਹੀ ਬੈਠਾ ਹੋਏਗਾ। ਪਰਮਾਤਮਾ ਆਕਾਰ ਨਹੀਂ ਹੈ, ਪਰਮਾਤਮਾ ਨਿਰਾਕਾਰ ਹੈ। ਪਰਮਾਤਮਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਪਿੰਨ, ਪਰ ਜਿਸੇ ਜਣਾਏ ਨਾਨਕਾ ਤਿਸੇ ਜਣਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਨਿਰਾਕਾਰ ਹੈ, ਪਰਮਾਤਮਾ ਬੇਰੰਗ ਹੈ, ਪਰਮਾਤਮਾ ਅਰੂਪ ਹੈ। ਅਗਿਆਨੀ ਲੋਕਾਂ ਨੇ ਸੋਚਿਆ ਕਿ ਪਰਮਾਤਮਾ ਮਨੁੱਖ ਬਣ ਕੇ ਸਾਨੂੰ ਮਿਲੇਗਾ, ਜਾਂ ਅਸੀਂ ਮਨੁੱਖ ਵਾਂਗੂ ਉਹਨੂੰ ਦੇਖ ਲਵਾਂਗੇ, ਉਹਨੂੰ ਫੜ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਇਸ ਇਲਾਕੇ 'ਚ ਪਹੁੰਚੇ। ਇਸ ਬੰਦੇ ਨੇ ਅਡੰਬਰ ਕੀਤਾ ਹੋਇਆ ਸੀ। ਜਿਵੇਂ ਇਹਦਾ ਅਡੰਬਰ ਖੁੱਲੇਗਾ, ਉਹ ਵਾਰਤਾ ਆਪ ਜੀ ਨੇ ਸਰਵਣ ਕਰਨੀ ਕਿ ਸਤਿਗੁਰੂ ਜੀ ਕਿਵੇਂ ਇਸ ਦੇ ਪਖੰਡ ਨੂੰ ਕੱਢਦੇ ਨੇ। ਗੁਰਬਾਣੀ ਜਾਂ ਗੁਰੂ ਦੀ ਮਤ ਨਿਰੋਲ ਕੇਵਲ ਜ਼ਿੰਦਗੀ ਦਾ ਇੱਕ ਸਰਲ ਮਾਰਗ, ਗਾਢੀ ਮਾਰਗ ਦਰਸਾਉਂਦੀ, ਜਿੱਥੇ ਕੋਈ ਵੀ ਭੁੱਲ ਨਾ ਸਕੇ। ਰਸਤਾ ਤੇ ਉਹ ਹੁੰਦਾ ਹੈ ਜਿੱਥੇ ਬੰਦਾ ਐਨ ਅੱਖਾਂ ਮੀਟ ਕੇ ਤੁਰਿਆ ਜਾਏ, ਕਿਤੇ ਭੁੱਲਣ ਦਾ ਕੋਈ ਚਾਂਸ ਹੀ ਨਾ ਹੋਏ। ਗੁਰਮਤ ਨੂੰ ਗਾਢੀ ਰਾਹ ਕਿਹਾ, ਗੁਰਮੁਖ ਗਾਢੀ ਰਾਹ ਚਲਾਇਆ। ਗਾਢੀ ਰਾਹ ਦੱਸ ਜਿਹਨੂੰ ਜਰਨੈਲੀ ਸੜਕ ਆਪਾਂ ਕਹਿੰਦੇ ਆ। ਪਗਡੰਡੀਆਂ ਬਹੁਤ ਨੇ, ਪਗਡੰਡੀ ਕਿਤੇ ਵੀ ਖਤਮ ਹੋ ਸਕਦੀ ਹੈ। ਸਿਆਣੇ ਕਹਿੰਦੇ ਤੁਸੀਂ ਜੰਗਲ 'ਚ ਜਾਓ ਜਾਂ ਕਿਤੇ ਬਗਾਨੇ ਇਲਾਕੇ ਜਾਓ, ਕਦੀ ਪਗਡੰਡੀਆਂ ਤੇ ਨਾ ਜਾਓ। ਪਗਡੰਡੀ ਕਿਤੇ ਵੀ ਖਤਮ ਹੋ ਸਕਦੀ, ਕਿਸੇ ਬੰਨੇ ਵੀ ਤੁਹਾਨੂੰ ਭੁਲੇਖੇ 'ਚ ਪਾ ਸਕਦੀ ਹੈ, ਲੇਕਿਨ ਜਿਹੜੀ ਸੜਕ ਹੁੰਦੀ ਹੈ ਉਹ ਕਿਸੇ ਆਬਾਦੀ ਵਿੱਚ ਜ਼ਰੂਰ ਜਾਏਗੀ। ਗੁਰਮਤ ਦਾ ਮਾਰਗ ਗਾਢੀ ਰਾਹ ਹੈ। ਕਿੰਨੇ ਸਰਲ ਨਿਯਮ ਨੇ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਕਿਤੇ ਭਟਕਣਾ ਦੀ ਲੋੜ ਨਹੀਂ, ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਹਾਂ, ਗੁਰੂ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਜਾਓ, ਜ਼ਰੂਰੀ ਹੈ ਉੱਥੋਂ ਗਿਆਨ ਲੈਣ ਲਈ। ਪਰ ਇਸ ਖਿਆਲ ਨਾਲ ਨਾ ਜਾਓ ਕਿ 11 ਵਾਰੀ ਗਏ ਤੇ ਰੱਬ ਕੋ ਬਹੁਤ ਖੁਸ਼ ਹੋ ਜਾਏਗਾ, ਨਾ ਗਏ ਤੇ ਘੱਟ ਖੁਸ਼ ਹੋਏਗਾ, ਜਾਂ 11 ਵਾਰੀ ਜਾ ਕੇ ਮੈਂ ਬੜਾ ਮਹਾਨ ਬਣ ਗਿਆ। ਇੱਕ ਭਰਮ ਹੈ। ਗੁਰੂ ਸਥਾਨਾਂ ਤੇ ਜਾਣਦਾਰ ਸੀ, ਉੱਥੋਂ ਕੁਝ ਸੇਧ ਲੈਣੀ। ਮੈਂ ਬੇਨਤੀ ਕਰਾਂ, ਜਿੰਨੀ ਗੁਰੂ ਸਥਾਨਾਂ ਤੇ ਭੀੜ ਰਹਿੰਦੀ ਹੈ, ਜਾਂ ਜੋ ਗੁਰੂ ਅਸਥਾਨਾਂ ਦੀ ਮਹਾਨਤਾ ਹੈ, ਜੇ ਆਪਾਂ ਗੁਰੂ ਸਥਾਨਾਂ ਤੋਂ ਪੈਗਾਮ ਲੈਨੇ ਤੇ ਫਿਰ ਤੇ ਸਾਡਾ ਸਮਾਜ ਬੜਾ ਅਮੀਰ ਹੋਣਾ ਚਾਹੀਦਾ, ਬੜਾ ਮਹਾਨ ਹੋਣਾ ਚਾਹੀਦਾ, ਬੜਾ ਖੁਸ਼ਹਾਲ ਹੋਣਾ ਚਾਹੀਦਾ। ਕਾਰਨ ਕੀ ਹੈ? ਅਸੀਂ ਬਹੁਤ ਸਾਰੇ ਹਰ ਮਹੀਨੇ ਦਰਬਾਰ ਸਾਹਿਬ ਵੀ ਜਾਂਦੇ ਹੋਵਾਂਗੇ, ਕਿ ਹਰ ਹਫ਼ਤੇ ਵੀ ਜਾਂਦੇ ਹੋਣਗੇ, ਕਿ ਰੋਜ਼ ਵੀ ਜਾਂਦੇ ਹੋਣਗੇ। ਉਹ ਤੇ ਬੜੇ ਆਦਰਸ਼ਕ ਮਨੁੱਖ ਹੋਣੇ ਚਾਹੀਦੇ ਨੇ ਸਮਾਜ ਵਿੱਚ, ਕਿਉਂਕਿ ਉੱਥੋਂ ਬੜਾ ਵੱਡਾ ਪੈਗਾਮ ਮਿਲਦਾ ਹੈ, ਸਾਂਝੀ ਵਾਲਤਾ ਦਾ ਪੈਗਾਮ ਮਿਲਦਾ ਹੈ। ਸ੍ਰੀ ਦਰਬਾਰ ਸਾਹਿਬ ਸਾਨੂੰ ਰੂਹਾਨੀਅਤ ਦਾ ਸੁੱਖ ਦਿੰਦਾ ਹੈ। ਪਰ ਜੇ ਅਸੀਂ ਗਏ 11 ਵਾਰੀ, 21 ਵਾਰੀ, 31 ਵਾਰੀ, ਜਾਂ ਰੋਜ਼ ਜਾਂਦੇ ਜਾਂ ਮਹੀਨੇ ਬਾਅਦ ਜਾਂਦੇ ਆ, ਜੇ ਇਹ ਪੈਗਾਮ ਨਹੀਂ ਲੈ ਸਕੇ
ਤੇ ਜਾਣ ਦਾ ਅਰਥ ਹੀ ਕੀ ਰਹਿ ਗਿਆ ਜੇ ਉੱਥੋਂ ਕੁਝ ਸਿੱਖਿਆ ਹੀ ਨਹੀਂ। ਬੱਚਾ ਸਕੂਲ ਜਾਏ, ਜੀ ਮੈਂ ਰੋਜ਼ ਜਾਂਦਾ ਹਾਂ, ਰੋਜ਼ ਜਾਂਦਾ, ਜੀ ਐਜੂਕੇਟ ਨਹੀਂ ਹੋਇਆ, ਅਗਲੀ ਕਲਾਸ ਜਾਣ ਜੋਗਾ ਨਹੀਂ ਬਣਿਆ, ਤੇ ਮਾਫ ਕਰਨਾ ਉਹਦੇ ਜਾਣ ਦਾ ਅਰਥ ਹੀ ਕੀ ਹੈ। ਸਤਿਗੁਰੂ ਜੀ ਕਹਿੰਦੇ ਗੁਰਸਥਾਨਾਂ ਤੇ ਜਾਓ, ਜ਼ਰੂਰ ਜਾਣਾ ਚਾਹੀਦਾ ਹੈ, ਹਰ ਪ੍ਰਾਣੀ ਨੂੰ ਜਾਣਾ ਚਾਹੀਦਾ ਹੈ, ਪਰ ਉੱਥੋਂ ਕੁਝ ਗਿਆਨ ਲੈਣ ਦੇ ਲਈ, ਕੁਝ ਸਿੱਖਣ ਦੇ ਲਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗਿਆਨ ਦਿੱਤਾ ਹੈ। ਗਿਆਨ ਸਾਨੂੰ ਆਪਾਂ ਚੀਨਣ, ਆਪਾਂ ਜਾਣਨ, ਆਪਣਾ ਪਹਿਚਾਨਣ ਦੀ ਸੋਝੀ ਦਿੰਦਾ ਹੈ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਜਾਣ ਨਾ ਸਕੇ, ਭਰਮ ਦੀ ਕਾਈ ਨਹੀਂ ਮਿਟੇਗੀ। ਇਸ ਪਖੰਡੀ ਦੇ ਪਖੰਡ ਦੇ ਪਦ ਨੂੰ ਜਿਵੇਂ ਸਤਿਗੁਰੂ ਜੀ ਉਧੇੜਨਗੇ, ਪਰ ਸਤਿਗੁਰੂ ਜੀ ਜੋ ਪਰਉਪਕਾਰ ਇਹਦੇ ਤੇ ਕਰਨਗੇ, ਇਹ ਵਾਰਤਾ ਅੱਜ ਆਪਾਂ ਨੇ ਸ਼ਰਵਣ ਕਰਨੀ ਹੈ। ਆਓ ਸਤਿਗੁਰੂ ਜੀ ਦੇ ਪਿਆਰ 'ਚ ਜੁੜੀਏ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਇਕਾਗਰ ਚਿੱਤ ਹੋ ਕੇ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। रुचिर पुष्प की सेज बिछावे, निज वास बो दीप जगावे। ਇਹ ਵਿਅਕਤੀ ਗਲ 'ਚ ਬੀਬੀਆਂ ਵਾਲੇ ਕੱਪੜੇ ਪਾ ਲੈਂਦਾ ਸੀ। ਦੂਜ ਦਾ ਦਿਨ ਜਦੋਂ ਆਉਂਦਾ ਸੀ, ਜਿੱਥੇ ਨੇ ਆਪਣਾ ਉਹ ਬਣਾਇਆ ਹੋਇਆ ਸੀ ਅਸਥਾਨ, ਇੱਕ ਕਮਰੇ ਦੇ ਅੰਦਰ ਬੜੀ ਸੋਹਣੀ ਸੇਜ ਵਸਾਉਂਦਾ ਸੀ, ਔਰ ਉਹਦੇ ਅੰਦਰ ਕਮਰੇ 'ਚ ਬੜਾ ਇਹ ਸ਼ਿੰਗਾਰ ਕਰਦਾ ਸੀ, ਉਹਨੂੰ ਸਜਾਉਂਦਾ ਸੀ। सौ सुहागण नाम दुरायो, सब लोगन में मान बधायो। ਬੜੀ ਦੀਵੇ ਜਗਾਉਣੇ, ਲਾਈਟਾਂ ਕਰਨੀਆਂ, ਆਪਣੇ ਆਪ ਨੂੰ ਇਹ ਸ਼ੌ ਸੁਹਾਗਣ ਕਹਿੰਦਾ ਸੀ ਕਿ ਮੇਰਾ ਸ਼ੌ ਮਿਲਣ ਆਉਂਦਾ, ਮੈਂ ਸੁਹਾਗਣ ਆ ਉਸ ਪਰਮਾਤਮਾ ਦੀ। ਤੇ ਲੋਕਾਂ ਵਿੱਚ ਇਹ ਕਹਿ ਕੇ ਇਹਨੇ ਬੜਾ ਆਪਣਾ ਮਾਣ ਵਧਾਇਆ ਹੋਇਆ ਸੀ। मन जसीरनी तिस दिन ल्यावे, होए दीन मन सीस निभावे। ਤੇ ਜਿਹੜੇ ਇਹਦੇ ਫਾਲੋਅਰ ਸਨ, ਜਾਣਨ ਵਾਲੇ ਸਨ, ਕਿਉਂਕਿ ਇਹ ਗੱਲ ਚੇਤੇ ਰੱਖਣਾ, ਪਖੰਡ ਦੇ ਅੱਡੇ ਬੜੇ ਪ੍ਰਫੁੱਲਤ ਹੁੰਦੇ ਨੇ। ਜਿੱਥੇ ਪਖੰਡ ਹੋਏ ਉੱਥੇ ਭੀੜਾਂ ਬੜੀਆਂ ਲੱਗਦੀਆਂ ਨੇ। ਗਿਆਨ ਦੇ ਅਸਥਾਨ ਤੇ ਦੇਖੋ, ਗਿਆਨ ਦਾ ਵਪਾਰੀ ਜਾਏਗਾ, ਗੱਲ ਹੈ ਕਿ ਰਤਨਾ ਕੀ ਸਾਰ ਸੋਈ ਜਾਣੇ, ਜੇ ਰਤਨਾ ਕਾ ਵਪਾਰੀ ਜੀਓ। ਕਦੀ ਹੀਰਿਆਂ ਦੀ ਦੁਕਾਨ ਤੇ ਭੀੜ ਨਹੀਂ ਲੱਗੀ, ਤੁਸੀਂ ਦੇਖੋਗੇ, ਕਿਉਂਕਿ ਹੀਰੇ ਖਰੀਦਣ ਹਰ ਕਿਸੇ ਦੀ ਵੱਸ ਦੀ ਗੱਲ ਹੀ ਨਹੀਂ ਹੈ। ਗਿਆਨ ਪ੍ਰਾਪਤ ਕਰਨ ਲਈ ਕਦੀ ਭੀੜਾਂ ਨਹੀਂ ਤੁਸੀਂ ਦੇਖੋਗੇ। ਹਾਂ, ਲੋਕਾਂ ਨੂੰ ਕਰਮਕਾਂਡ ਦੱਸੀ ਜਾਓ, ਕਹਿ ਦਿਓ ਆਹ ਕੰਮ 11 ਦਿਨ ਕਰ ਲਓ, ਨੰਗੇ ਪੈਰੀ ਕਰ ਲਓ, ਬੜੀ ਭੀੜ ਲੱਗ ਜਾਏਗੀ ਉੱਥੇ। ਇਹ ਕੰਮ ਕਰਨਾ ਸੌਖਾ ਹੈ। ਮਨੁੱਖ ਜ਼ਿੰਦਗੀ ਦੇ ਅੰਦਰ ਤੁਸੀਂ ਕੁਝ ਵੀ ਪ੍ਰਾਪਤ ਕਰਨਾ ਹੈ, ਕੁਝ ਵੀ ਪ੍ਰਾਪਤ ਕਰਨਾ ਹੈ। ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ, ਮੱਥਾ ਟੇਕ ਕੇ ਡਾਕਟਰ ਨਹੀਂ ਬਣਿਆ ਜਾਣਾ, ਉਹਦੇ ਲਈ ਪੜ੍ਹਨਾ ਪੈਣਾ, ਉਹਦੇ ਲਈ ਮਿਹਨਤ ਕਰਨੀ ਪੈਣੀ। ਰੱਬ ਦੀ ਬਖਸ਼ਿਸ਼ ਦੀ ਲੋੜ ਹੈ, ਜ਼ਰੂਰ ਚਾਹੀਦੀ ਹੈ, ਪਰ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ। ਪਰਮਾਤਮਾ ਬਖਸ਼ਿਸ਼ ਉਹਨਾਂ ਤੇ ਜ਼ਰੂਰ ਕਰਦਾ ਹੈ ਜਿਹੜੇ ਜ਼ਿੰਦਗੀ 'ਚ ਉਦਮ ਕਰਦੇ ਨੇ। ਗੁਰਬਾਣੀ ਦਾ ਵੀ ਇਹ ਕਥਨ ਹੈ, ਔਰ ਸਿਆਣਿਆਂ ਦਾ ਇੱਕ ਕੌਲ ਹੈ, ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ, ਹਿੰਮਤੇ ਮਰਦਮ ਮਦਦੇ ਖੁਦਾ। ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਫ। ਜਿਹੜੇ ਆਪਣੀ ਮਦਦ ਕਰਦੇ ਨੇ, ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ। ਜਿਹੜੇ ਮਿਹਨਤ ਕਰਦੇ ਨੇ, ਉਹਨਾਂ ਦੀ ਮਿਹਨਤ ਯਕੀਨਨ ਸਫਲ ਹੁੰਦੀ ਹੈ। ਤੁਸੀਂ ਡਾਕਟਰ ਬਣਨਾ, ਮਿਹਨਤ ਕਰਨੀ ਪਏਗੀ। ਤੁਸੀਂ ਇੰਜੀਨੀਅਰ ਬਣਨਾ, ਮਿਹਨਤ ਕਰਨੀ ਪਏਗੀ। ਤੁਸੀਂ ਕੋਈ ਚੰਗਾ ਕਾਰੋਬਾਰ ਚਲਾਉਣਾ, ਮਿਹਨਤ ਕਰਨੀ ਪਏਗੀ। ਤੁਸੀਂ ਕੋਈ ਚੰਗੀ ਜ਼ਿਮੀਂਦਾਰ ਨੇ ਫਸਲ ਪੈਦਾ ਕਰਨੀ, ਮਿਹਨਤ ਕਰਨੀ ਪਏਗੀ। ਕੁਝ ਵੀ ਤੁਸੀਂ ਐਜੂਕੇਟ ਹੋਣਾ, ਮਿਹਨਤ ਕਰਨੀ ਪਏਗੀ। ਜੇ ਤੁਸੀਂ ਜ਼ਿੰਦਗੀ ਦੇ ਬਾਰੇ ਐਜੂਕੇਟ ਹੋਣਾ ਤੇ ਮਿਹਨਤ ਕਰਨੀ ਪਏਗੀ। ਉਹ ਕੇਵਲ ਮੱਥਾ ਟੇਕ ਕੇ ਐਜੂਕੇਟ ਨਹੀਂ ਹੋਗੇ, ਉਹ ਕੇਵਲ ਕਿਤੇ ਨਹਾਤਿਆਂ ਜਾਂ ਗੇੜੇ ਲਾਇਆ ਜਾਂ ਨੰਗੇ ਪੈਰੀ ਚੱਲੇ ਐਜੂਕੇਟ ਨਹੀਂ ਹੋਗੇ। ਕਿਉਂਕਿ ਮਨੁੱਖ ਪਤਾ ਕੀ ਸੋਚਦਾ ਹੈ, ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਰਹਿਣਾ ਹੈ ਤੇ ਮਿਹਨਤ ਕਰਨੀ ਪਏਗੀ। ਤੁਹਾਨੂੰ ਅਵੇਅਰ ਰਹਿਣਾ ਪਏਗਾ ਕਿ ਮੈਂ ਕੀ ਖਾਣਾ ਹੈ, ਕੀ ਨਹੀਂ ਖਾਣਾ। ਲੇਕਿਨ ਸਾਡੀ ਇੱਕ ਸੋਚ ਬਣ ਗਈ ਹੈ ਕਿ ਸਾਨੂੰ ਦਵਾਈਆਂ ਹੀ ਤੰਦਰੁਸਤੀ ਦੇ ਦੇਣ। ਡਾਕਟਰ ਸਾਹਿਬ ਕੋ ਇਹੋ ਜਿਹੀ ਦਵਾਈ ਦਿਓ, ਇਹੋ ਜਿਹਾ ਇੰਜੈਕਸ਼ਨ ਲਾਓ, ਅਸੀਂ ਝੱਟ ਤੰਦਰੁਸਤ ਹੋ ਜਾਈਏ। ਦੁਨੀਆ 'ਚ ਕੋਈ ਇਹੋ ਜਿਹਾ ਇੰਜੈਕਸ਼ਨ ਨਹੀਂ ਹੈ, ਕੋਈ ਦਵਾਈ ਨਹੀਂ ਹੈ, ਕੋਈ ਡਾਕਟਰ ਨਹੀਂ ਹੈ ਜਿਹੜਾ ਤੁਹਾਨੂੰ ਤੰਦਰੁਸਤ ਕਰ ਸਕੇ। ਉਹ ਤੁਹਾਡੀ ਹੈਲਪ ਕਰ ਸਕਦੇ ਨੇ, ਉਹ ਤੁਹਾਡੀ ਮਦਦ ਕਰ ਸਕਦੇ ਨੇ। ਤੰਦਰੁਸਤ ਹੋਣ ਲਈ ਤੁਹਾਨੂੰ ਆਪ ਉਦਮ ਕਰਨਾ ਪਏਗਾ, ਸਰੀਰ ਨੂੰ ਸੰਭਾਲਣਾ ਪਏਗਾ, ਬਕਾਇਦਾ ਐਕਸਰਸਾਈਜ਼ ਕਰਨੀ ਪਏਗੀ, ਖਾਣ ਪੀਣ ਵੱਲ ਸੋਚਣਾ ਪਏਗਾ, ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿਸ ਤਰ੍ਹਾਂ ਖਾਣਾ ਹੈ, ਕਦੋਂ ਸੌਣਾ ਹੈ, ਕਦੋਂ ਜਾਗਣਾ ਹੈ। ਤੰਦਰੁਸਤੀ ਨੂੰ ਕੋਈ ਰੋਕ ਹੀ ਨਹੀਂ ਸਕਦਾ। ਪਰ ਜੇ ਤੁਸੀਂ ਆਪ ਉਦਮ ਨਹੀਂ ਕਰੋਗੇ ਤੇ ਮਾਫ ਕਰਨਾ ਕੁਝ ਨਹੀਂ ਹੋ ਸਕੇਗਾ। ਜ਼ਿੰਦਗੀ 'ਚ ਤੁਸੀਂ ਉੱਚੀਆਂ ਉੱਠਣਾ ਆਤਮਿਕ ਪੱਖ ਤੋਂ, ਤੇ ਉਹਦੇ ਲਈ ਵੀ ਤੁਹਾਨੂੰ ਯਤਨ ਕਰਨਾ ਪਏਗਾ। ਯਤਨ ਇਹ ਹੈ ਕਿ ਗੁਰਬਾਣੀ ਨੂੰ ਸਮਝਣਾ ਪਏਗਾ, ਗੁਰਬਾਣੀ ਅਨੁਸਾਰ ਜ਼ਿੰਦਗੀ 'ਚੋਂ ਕਰਮ ਕਰਨੇ ਪੈਣਗੇ। ਤੁਸੀਂ ਐਜੂਕੇਟ ਯਕੀਨਨ ਹੋ ਜਾਓਗੇ। ਜਦੋਂ ਵੀ ਆਪਾਂ ਗੁਰੂ ਘਰ 'ਚ ਆਉਂਦੇ ਹਾਂ, ਜਦੋਂ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਾਂ ਕੋਈ ਵੀ ਧਰਮ ਸਥਾਨ ਤੇ ਜਾਂਦੇ, ਧਰਮ ਗ੍ਰੰਥ ਪੜ੍ਹਦੇ ਹਾਂ, ਧਾਰਮਿਕ ਲੋਕਾਂ ਕੋਲ ਬੈਠਦੇ ਹਾਂ, ਇੱਕ ਪ੍ਰਣ ਕਰੀਏ ਕਿ ਇੱਕ ਗੱਲ ਜ਼ਿੰਦਗੀ ਦੀ ਵਧੀਆ ਸਿੱਖਣੀ। ਇੱਕ ਗੱਲ ਜੇ ਆਪਾਂ ਰੋਜ਼ ਇੱਕ ਗੱਲ ਸਿੱਖ ਲਈਏ, ਮਹੀਨੇ ਦੀਆਂ 30 ਗੱਲਾਂ ਸਾਡੇ ਕੋਲ ਵਧੀਆ ਆ ਜਾਣਗੀਆਂ। ਮਹੀਨੇ ਦੀਆਂ 30 ਗੱਲਾਂ
ਤੇ ਜੇ 30 ਮਹੀਨੇ ਦੀਆਂ ਤੇ ਸਾਲ ਦੀਆਂ 365 ਗੱਲਾਂ ਸਾਡੇ ਕੋਲ ਆ ਜਾਣਗੀਆਂ। ਜਿਸ ਮਨੁੱਖ ਦੇ ਕੋਲ 365 ਗੱਲਾਂ ਹੋਣ ਉਹ ਕਿੰਨਾ ਅਮੀਰ ਹੋ ਜਾਂਦਾ ਹੈ। ਪਰ ਮਸਲਾ ਅਸੀਂ ਸੋਚਦੇ ਮੱਥਾ ਟੇਕੇ ਹੀ ਗੱਲ ਬਣ ਜਾਏ, ਅਸੀਂ ਸੋਚਦੇ ਕਿ ਗੇੜੇ ਲਾਇਆ ਹੀ ਗੱਲ ਬਣ ਜਾਏ। ਇਹ ਕਦਾਚਿਤ ਨਹੀਂ ਬਣਨੀ। ਮਨੁੱਖ ਸ਼ਾਰਟਕਟ ਚਾਹੁੰਦਾ ਹੈ ਕਿ ਜ਼ਿੰਦਗੀ 'ਚ ਦੁੱਖਾਂ ਤੋਂ ਮੁਕਤ ਹੋਣ ਲਈ ਕੋਈ ਇਹੋ ਜਿਹਾ ਰਸਤਾ ਮਿਲੇ, ਬਸ ਮੱਥਾ ਟੇਕੀਏ, ਨਹਾ ਲਈਏ ਜਾਂ ਉੱਥੇ ਕੋਈ ਸੁੱਖ ਨਾ ਸੁੱਖ ਦੀਏ ਤੇ ਅਸੀਂ ਤੰਦਰੁਸਤ ਹੋ ਜਾਈਏ। ਇਹ ਗੁਰਮਤਿ ਨੇ ਲਾਰਾ ਨਹੀਂ ਲਾਇਆ। ਜੋ ਲਾਰਾ ਲਾਉਂਦੇ ਨੇ ਉਹ ਗੁਰਮਤਿ ਤੋਂ ਅਜੇ ਪਰੇ ਨੇ, ਉਹਨਾਂ ਨੂੰ ਗੁਰਮਤਿ ਦਾ ਗਿਆਨ ਨਹੀਂ ਹੈ। ਗੁਰਬਾਣੀ ਸਾਨੂੰ ਕੋ ਉਦਮ ਕਰਿੰਦਿਆਂ ਜੀਓ ਤਿਉ ਕਮਾਮਦਿਆਂ ਸੁਖ ਪੁੰਚ ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਮੈਂ ਕਹਿ ਰਿਹਾ ਸਾਂ, ਬੇਨਤੀ ਕਰ ਰਿਹਾ ਸਾਂ ਕਿ ਪਖੰਡ ਦੇ ਅੱਡੇ ਬੜੀ ਜਲਦੀ ਪ੍ਰਫੁੱਲਤ ਹੁੰਦੇ ਨੇ, ਭੀੜਾਂ ਲੱਗਦੀਆਂ ਨੇ, ਪਰ ਪਖੰਡ ਤੇ ਅੱਡੇ ਤੇ ਗਿਆ ਕਦੀ ਮਨ ਨੂੰ ਸੁੱਖ ਨਹੀਂ ਮਿਲਦਾ। ਇਹਦੇ ਡੇਰੇ ਤੇ ਬਹੁਤ ਵੱਡੀ ਭੀੜ ਲੱਗਦੀ ਸੀ, ਬੜੇ ਲੋਕ ਇਕੱਠੇ ਹੁੰਦੇ ਸਨ ਔਰ ਬੜੇ ਤਰ੍ਹਾਂ ਤਰ੍ਹਾਂ ਦੇ ਇਹਦੇ ਲਈ ਪਕਵਾਨ ਲੈ ਕੇ ਆਉਂਦੇ ਸਨ। ਕਈ ਤਰ੍ਹਾਂ ਦੇ ਆਪਣੇ ਵੱਲੋਂ ਜਿਹਨੂੰ ਪ੍ਰਸ਼ਾਦ ਕਹਿੰਦੇ ਲੈ ਕੇ ਆਉਂਦੇ ਸਨ। ਅੰਤਰ ਜਾਣ ਦੇ ਨੇ ਕਿਸ ਕੋ ਦਰ ਪਰ ਬੰਧਨ ਕਰਹੀ ਤਿਸ ਕੋ। ਜਿੱਥੇ ਇਹ ਬੈਠਦਾ ਹੁੰਦਾ ਸੀ ਇਹਦੇ ਕੋਲ ਕਿਸੇ ਨੂੰ ਨਹੀਂ ਸਨ ਜਾਣ ਦਿੰਦੇ। ਇਹਦੇ ਅਨੇਕਾਂ ਅੱਗੇ ਰੱਖੇ ਹੋਏ ਸਨ, ਲੱਠ ਮਾਰ ਚੌਧਰੀ ਤੁਸੀਂ ਦੇਖਦੇ ਰੱਖੇ ਹੁੰਦੇ ਇਹੋ ਜਿਹੇ ਲੋਕਾਂ ਨੇ। ਦਰਵਾਜ਼ੇ ਤੋਂ ਹੀ ਕਹਿੰਦੇ ਇਹਨੂੰ ਮੱਥਾ ਟੇਕ ਲਓ, ਨਮਸਕਾਰ ਕਰ ਲਓ, ਪਿੱਛੇ ਮੁੜ ਜਾਓ, ਕਿਉਂਕਿ ਅੱਜ ਦਾ ਦਿਨ ਖਾਸ ਹੈ। ਉਹ ਜਿਹੜਾ ਸਾਡਾ ਧਾਰਮਿਕ ਬੰਦਾ ਹੈ ਉਹਨੂੰ ਉਹਦੇ ਸ਼ਾਹੋ ਨੇ, ਉਹਦੇ ਪਰਮਾਤਮਾ ਪਤੀ ਨੇ ਮਿਲਣ ਲਈ ਆਉਣਾ ਹੈ। ਬੜੇ ਨਿਸ਼ਾਨ ਗੜੇਦਰ ਨੇਰੇ ਜੈ ਕਹਿਓ ਤੂੰ ਸ਼ਾਹ ਬਧੇਰੇ। ਬਹੁਤ ਵੱਡੇ ਵੱਡੇ ਝੰਡੇ ਗੱਡੇ ਹੋਏ ਸਨ ਇਹਨੇ ਆਪਣੇ ਦਰਵਾਜ਼ੇ ਤੇ ਬਹੁਤ ਵੱਡਾ ਇਹਦੇ ਜਿਹੜੇ ਸ਼ਰਧਾਲੂ ਸਨ ਉਹਨਾਂ ਵਿੱਚ ਉਤਸ਼ਾਹ ਸੀ, ਬੜਾ ਚਾਅ ਸੀ। ਅੰਗਨਾ ਕੇ ਸ਼ਿੰਗਾਰ ਕਰ ਸਾਰੇ ਬੈਠ ਦੁਰ ਕੈ ਤੂਸ਼ਨ ਸਾਰੇ। ਅੰਗਨਾ ਕਹਿੰਦੇ ਨੇ ਇਸਤਰੀ ਨੂੰ, ਜੋ ਬੀਬੀਆਂ ਸ਼ਿੰਗਾਰ ਕਰਦੀਆਂ ਨੇ, ਕੱਪੜੇ ਜਾਂ ਗਹਿਣੇ ਜਾਂ ਹੋਰ ਸਾਰਾ ਸ਼ਿੰਗਾਰ ਇਹ ਬਕਾਇਦਾ ਕਰਕੇ ਉਸ ਮੰਜੇ ਤੇ ਪਲੰਘ ਤੇ ਬੈਠ ਜਾਂਦਾ ਜਿਹਨੂੰ ਸਜਾਇਆ ਹੁੰਦਾ ਸੀ। ਪੁੰਜ ਮਨਜ ਹੋਏ ਤਹਾਂ ਬਾਜੇ ਬਜੇ ਅਪਾਰ। ਬਹੁਤ ਵੱਡਾ ਇਕੱਠ ਹੋ ਜਾਂਦਾ ਸੀ, ਲੋਕ ਇਕੱਠੇ ਹੁੰਦੇ ਸਨ ਔਰ ਵਾਜੇ ਵੱਜਦੇ ਸਨ। ਤੇਰਾ ਕੀਨਾ ਪ੍ਰਭੂ ਤਬ ਇੱਕ ਤੇ ਬ੍ਰਿਧ ਅਗਾਰ। ਇੰਨੇ ਵੱਡੇ ਇਕੱਠ ਵਿੱਚ ਬਹੁਤ ਸਾਰੇ ਲੋਕ, ਕੁਝ ਉਹ ਹੁੰਦੇ ਨੇ ਜਿਹੜੇ ਸ਼ਰਧਾਲੂ ਹੁੰਦੇ ਨੇ, ਕੁਝ ਹੁੰਦੇ ਜਿਹੜੇ ਦੇਖਾ ਦੇਖੀ ਆ ਜਾਂਦੇ ਨੇ, ਤੇ ਕੁਝ ਮੇਰੇ ਵਰਗੇ ਖਾਣ ਪੀਣ ਵਾਲੇ ਵੀ ਹੁੰਦੇ ਕਿ ਬਹੁਤ ਚੰਗੀਆਂ ਚੀਜ਼ਾਂ ਖਾਣ ਲਈ ਉੱਥੇ ਮਿਲਦੀਆਂ ਨੇ, ਪ੍ਰਸ਼ਾਦ ਵਧੀਆ ਮਿਲਦਾ ਹੈ, ਬਹੁਤੀ ਭੀੜ ਉਹ ਵੀ ਹੋ ਜਾਂਦੀ ਹੈ ਇਹੋ ਜਿਹੇ ਥਾਵਾਂ ਤੇ। ਇਸ ਕਰਕੇ ਇਹੋ ਜਿਹੇ ਲੋਕ ਇਕੱਠੇ ਹੋ ਗਏ। ਇਸ ਤਰੀਕੇ ਨਾਲ ਇਹਨੇ ਆਪਣਾ ਡੇਰਾ ਕੀਤਾ ਹੋਇਆ ਸੀ। ਅੰਤਰ ਜਾਮੀ ਸਭ ਬਿਦ ਜਾਨੀ ਤੇ ਦੇ ਸੋ ਬੋਲੇ ਅਸਬਾਨੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਕਿ ਉਹ ਪਰਮਾਤਮਾ ਦਾ ਰੂਪ ਨੇ। ਦੇਖੋ ਸਤਿਗੁਰੂ ਜੀ ਆਤਮਿਕ ਤੌਰ ਤੇ ਮਹਾਨ ਨੇ, ਇਹ ਤੇ ਗੱਲ ਆਪਣੇ ਆਪ 'ਚ ਹੈ ਹੀ ਹੈ ਕਿ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਪਰ ਉਵੇਂ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਰੋਸ਼ਨ ਦਿਮਾਗੀ ਨੂੰ ਦੇਖੋਗੇ, ਉਹਨਾਂ ਦਾ ਜੋ ਇੰਟੈਲੀਜੈਂਟ ਪੱਖ ਉਹ ਤੁਸੀਂ ਦੇਖੋਗੇ ਨਾ, ਉਹ ਬੜਾ ਮਹਾਨ ਹੈ। ਗੁਰੂ ਸਾਹਿਬ ਜੀ ਮਨੁੱਖ ਨੂੰ ਗੱਲਾਂ ਤੋਂ ਦੇਖੋ, ਸਤਿਗੁਰੂ ਜੀ ਨੇ 40,000 ਕੋ ਸਫ਼ਰ ਕੀਤਾ ਪੈਦਲ, 40,000 ਕੋ ਸਫ਼ਰ, ਔਰ ਪੈਦਲ ਕੀਤਾ ਹੈ ਨਹੀਂ ਕਿ ਅੱਖਾਂ ਮੀਟ ਕੇ ਉੱਥੇ ਚਲ ਗਏ ਜਿੱਦਾਂ ਹੀ ਸੁਣਾਉਂਦੇ ਜੀ, ਅੱਖਾਂ ਮੀਟੀਆਂ ਬਾਬਾ ਜੀ ਸਮੇਰ ਤੇ ਚਲ ਗਏ, ਅੱਖਾਂ ਮੀਟੀਆਂ ਮੱਕੇ ਚਲੇ। ਅੱਖਾਂ ਮੀਟ ਕੇ ਸਤਿਗੁਰੂ ਜੀ ਨੇ ਫਿਰਨਾ ਹੁੰਦਾ ਜੀ, ਇੱਕ ਦਿਨ 'ਚ ਹੀ ਫਿਰ ਲੈਣਾ ਜੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨੇ ਸਾਲ 17-18 ਸਾਲ ਘਰੋਂ ਬਾਹਰ ਨਿਕਲਣ ਦੀ ਕੀ ਲੋੜ ਸੀ? ਆਪਣੇ ਘਰ ਦੇ ਸੁੱਖ ਕੁਰਬਾਨ ਕਰਨ ਦੀ ਕੀ ਲੋੜ ਸੀ ਜੀ ਅੱਖਾਂ ਮੀਟ ਕੇ ਹੀ? ਸਤਿਗੁਰੂ ਜੀ ਬੇਕਾਇਦਾ ਪਿੰਡਾਂ 'ਚ ਜਾਂਦੇ ਸਨ, ਇੱਕ ਦਿਨ 'ਚ 2-2 3 ਪਿੰਡਾਂ ਦੇ ਵਿੱਚ ਸਤਿਗੁਰੂ ਜੀ ਪਹੁੰਚਦੇ ਸਨ, ਲੋਕਾਂ ਨੂੰ ਮਿਲਦੇ ਸਨ, ਗੱਲਬਾਤ ਕਰਦੇ ਸਨ, ਚਰਚਾ ਕਰਦੇ ਸਨ। ਕਿਤੇ ਗਰਮਾ ਗਰਮੀ ਹੋ ਜਾਂਦੀ, ਕਿਤੇ ਵਾਦ-ਵਾਦ ਹੋ ਜਾਂਦਾ ਸੀ। ਕਈ ਲੋਕੀ ਸਤਿਗੁਰੂ ਜੀ ਦੀ ਵਿਰੋਧਤਾ ਕਰਦੇ ਸਨ, ਸਤਿਗੁਰੂ ਜੀ ਨੂੰ ਇੱਟੇ ਵੱਟੇ ਵੀ ਮਾਰਦੇ ਸਨ। ਇਹ ਇਤਿਹਾਸ ਭਰਿਆ ਪਿਆ, ਟੰਗੋਂ ਪਕੜ ਘਸੀਟਿਆ, ਸਤਿਗੁਰੂ ਜੀ ਨੂੰ ਲੱਤਾਂ ਤੋਂ ਫੜ ਕੇ ਘਸੀਟਿਆ ਵੀ ਗਿਆ। ਕਈ ਲੋਕ ਸਤਿਗੁਰੂ ਜੀ ਨੂੰ ਪੱਥਰ ਮਾਰਨ ਦੇ ਲਈ, ਖਤਮ ਕਰਨ ਦੇ ਲਈ ਵੀ ਆਏ। ਬਹੁਤ ਕੁਝ ਹੋਇਆ ਸਤਿਗੁਰੂ ਜੀ ਦੀ ਜ਼ਿੰਦਗੀ 'ਚ। ਜੇ ਸਤਿਗੁਰੂ ਜੀ ਨੇ ਅੱਖਾਂ ਮੀਟਣੀਆਂ ਸੀ, ਕੀ ਲੋੜ ਸੀ ਪੱਥਰ ਖਾਣ ਦੀ? ਕੀ ਲੋੜ ਸੀ ਕਿ ਕੋਈ ਲੱਤੋਂ ਫੜ ਕੇ ਸਤਿਗੁਰੂ ਜੀ ਨੂੰ ਕੋਈ ਘਸੀਟੇ? ਕੋਈ ਨਿੱਕੀ ਜੀ ਗੱਲ ਹੈ ਕਿ ਚੰਗੋਂ ਪਕੜ ਘਸੀਟਿਆ ਤੇ ਗੱਲ ਲਿਖ ਦਿੱਤੀ। ਹੋਰ ਕੀ ਪਤਾ ਉਹਨਾਂ ਨੇ ਕੀ ਬੋਲ ਕਬੋਲ ਸਤਿਗੁਰੂ ਜੀ ਨੂੰ ਬੋਲੇ ਹੋਣਗੇ। ਔਰ ਇੱਕ ਘਟਨਾ ਹੈ, ਬਾਕੀ ਘਟਨਾਵਾਂ ਤੇ ਭਾਈ ਸਾਹਿਬ ਜੀ ਨੇ ਅੰਕਿਤ ਨਹੀਂ ਕੀਤੀਆਂ। ਤੇ ਮੱਕੇ ਦੀ ਘਟਨਾ ਹੈ, ਹਰਿਦੁਆਰ 'ਚ ਕੀ ਹੋਇਆ ਹੋਏਗਾ ਇਹ ਨਹੀਂ ਅੰਕਿਤ ਕੀਤਾ ਭਾਈ ਸਾਹਿਬ ਨੇ ਬਿਲਕੁਲ ਵੀ। ਉੱਥੇ ਕੋਈ ਘਟ ਨਹੀਂ ਗੁਜ਼ਾਰੀ ਹੋਏਗੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਦੂਰ ਅੰਦੇਸ਼ ਸਨ। ਵੱਡੇ ਵੱਡੇ ਰਾਜਿਆਂ ਦੇ ਸਾਹਮਣੇ ਗੱਲ ਕਰ ਸਕਣਾ ਕੋਈ ਆਮ ਵਿਅਕਤੀ ਦੀ ਗੱਲ ਨਹੀਂ ਹੈ। ਅਸੀਂ ਤੇ ਆਪਣੇ ਇਲਾਕੇ ਦੇ ਕੌਂਸਲਰ ਦੇ ਸਾਹਮਣੇ ਨਹੀਂ ਖਲੋ ਸਕਦੇ, ਉਹਨੂੰ ਸੱਚ ਨਹੀਂ ਕਹਿ ਸਕਦੇ, ਐਵੇਂ ਉਹਦੀ ਪੂਛ ਜੀ ਚੁੱਕੀ ਜਾਂਦੇ ਆ। ਸੱਚ ਬੋਲਣ ਦੀ ਜ਼ਰੂਰਤ, ਬਾਬਰ ਵਰਗੇ ਜਾਬਰ ਦੇ ਅੱਗੇ ਖੜੇ ਹੋ ਜਾਣਾ,
ਮਲਕ ਭਾਗੋ ਵਰਗਿਆਂ ਨੂੰ ਵੱਡੇ ਇਕੱਠ ਖਰੀਆਂ ਸੁਣਾ ਦੇਣੀਆਂ, ਵੱਡੇ ਵੱਡੇ ਧਾਰਮਿਕ ਇਕੱਠਾਂ ਲੱਖਾਂ ਲੋਕਾਂ ਵਿੱਚ ਜਾ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਹੀ ਸੂਰਬੀਰਤਾ ਹੈ। ਇਹ ਉਹਨਾਂ ਦੀ ਦਲੇਰੀ, ਇਹ ਉਹਨਾਂ ਦੀ ਰੌਸ਼ਨ ਦਿਮਾਗੀ ਔਰ ਉਹਨਾਂ ਦੀ ਮਹਾਨਤਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਜਾਣਗੇ ਕਿ ਪਖੰਡ ਦਾ ਬੜਾ ਤਗੜਾ ਅੱਡਾ ਹੈ, ਔਰ ਸਤਿਗੁਰੂ ਜੀ ਲੋਕਾਂ ਤੇ ਵੀ ਪਰਉਪਕਾਰ ਕਰਨਾ ਚਾਹੁੰਦੇ ਨੇ ਤੇ ਸਤਿਗੁਰੂ ਜੀ ਇਸ ਵਿਅਕਤੀ ਤੇ ਵੀ ਪਰਉਪਕਾਰ ਕਰਨਾ ਚਾਹੁੰਦੇ ਨੇ, ਕਿਉਂਕਿ ਜਦੋਂ ਕੋਈ ਬੰਦਾ ਜ਼ਿੰਦਗੀ ਦੇ ਅੰਦਰ ਮਨੁੱਖਤਾ ਨੂੰ ਗੁੰਮਰਾਹ ਕਰਦਾ ਹੈ, ਮਨੁੱਖਤਾ ਨੂੰ ਧਰਮ ਦੇ ਨਾਂ ਤੇ, ਉਹ ਲੋਕਾਂ ਦਾ ਤੇ ਨੁਕਸਾਨ ਕਰਦਾ ਹੈ, ਪਰ ਆਪਣੇ ਆਪ ਨਾਲ ਬਹੁਤ ਵੱਡਾ ਉਹ ਧੋਖਾ ਕਰ ਰਿਹਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੁੰਦਾ ਹੈ। ਸੱਚ ਜਾਣਨਾ, ਜਿਹੜਾ ਬੰਦਾ ਧਰਮ ਦੇ ਨਾਂ ਤੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਨਾਲ ਬੇਈਮਾਨੀ ਕਰ ਰਿਹਾ, ਉਹ ਕਿਸੇ ਨਾਲ ਤੇ ਬਾਅਦ ਵਿੱਚ ਕਰਦਾ ਹੈ। ਸਭ ਤੋਂ ਪਹਿਲਾਂ ਬੇਈਮਾਨੀ ਉਹ ਆਪਣੇ ਨਾਲ ਕਰ ਰਿਹਾ ਹੁੰਦਾ ਹੈ, ਉਹ ਨੁਕਸਾਨ ਆਪਣਾ ਕਰ ਰਿਹਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਬੜੇ ਤਰਸ ਦੇ ਨਾਲ ਭਰੇ ਹੋਏ ਨੇ, ਬੜੇ ਰਹਿਮ ਦਿਲ ਦਿਆਲੂ ਨੇ। ਸਤਿਗੁਰੂ ਜੀ ਸਾਰਿਆਂ ਦਾ ਭਲਾ ਚਾਹੁੰਦੇ ਨੇ। ਸਤਿਗੁਰੂ ਜੀ ਪਹੁੰਚ ਗਏ, ਉਹਨਾਂ ਨੇ ਇਸ ਪਖੰਡ ਨੂੰ ਸਮਝ ਲਿਆ। ਅੰਤਰਜਾਮੀ ਸਭ ਬਿਦ ਜਾਨੀ, ਤੇ ਬੋਲੇ ਸੋ ਅਸਬਾਨੀ। ਸਤਿਗੁਰੂ ਜੀ ਸਭ ਕੁਝ ਜਾਣ ਗਏ। ਜਦੋਂ ਸਤਿਗੁਰੂ ਜੀ ਉੱਥੇ ਗਏ ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਹੈ, ਪੁਰ ਕੇ ਵਿਖੇ ਹੋਤ ਕਸ ਛੋਰਾ, ਬ੍ਰਿੰਦ ਮਨੋਜ ਇੱਕ ਹੋਏ ਠੌਰਾ। ਇੱਕ ਵਿਅਕਤੀ ਨੂੰ ਪੁੱਛਣ ਲੱਗੇ ਵੀ ਤੁਹਾਡੇ ਪਿੰਡ ਦੇ ਆ ਨੇੜੇ ਬੜਾ ਰੌਲਾ ਰੱਪਾ ਜਿਹਾ ਹੈ, ਬੜੇ ਲੋਕ ਇਕੱਠੇ ਹੋਏ ਨੇ ਔਰ ਬੜੀਆਂ ਆਵਾਜ਼ਾਂ ਉੱਠ ਰਹੀਆਂ ਨੇ, ਢੋਲ ਢਾਲ ਵੱਜ ਰਹੇ ਨੇ, ਕਾਰਨ ਕੀ ਹੈ? ਕਹਿਤੀ ਇੱਕ ਰਹਿ ਫਕੀਰ, ਤੇ ਦਰ ਮਾਨਵ ਕੀ ਬੋ ਪੀਰ। ਇੱਕ ਬੀਬੀ ਸਤਿਗੁਰੂ ਜੀ ਨੂੰ ਕਹਿਣ ਲੱਗੀ ਕਿ ਭਾਈ ਇੱਥੇ ਇੱਕ ਫਕੀਰ ਰਹਿੰਦਾ ਹੈ ਤੇ ਉਸ ਫਕੀਰ ਦੇ ਅਸਥਾਨ ਤੇ ਅੱਜ ਲੋਕ ਇਕੱਠੇ ਹੋਏ ਨੇ, ਬਹੁਤ ਵੱਡਾ ਮੇਲਾ ਲੱਗਾ ਹੋਇਆ ਹੈ। ਆਜ ਆਨੰਦ ਅਦਕ ਦੇ ਨਾਮੋ, ਸੋ ਸੁਹਾਗਣ ਜਿਸ ਕੋ ਨਾਮੋ। ਉਹ ਫਕੀਰ ਜਿਹਦਾ ਨਾਮ ਹੈ ਸ਼ਾਹੋ ਸੁਹਾਗਣ, ਅੱਜ ਉਹਦੇ ਘਰ 'ਚ ਬੜੀਆਂ ਖੁਸ਼ੀਆਂ ਦਾ ਦਿਨ ਹੈ ਔਰ ਉਸ ਖੁਸ਼ੀਆਂ ਦੇ ਮੌਕੇ ਤੇ ਲੋਕ ਇਕੱਠੇ ਹੋਏ ਹਨ ਉੱਥੇ। ਸ਼੍ਰੀ ਨਾਨਕ ਸੁਣ ਕੇ ਮੁਸਕਾਨੇ, ਕਹਿ ਚਲੋ ਦੇਖੈ ਮਰਦਾਨੇ। ਸਤਿਗੁਰੂ ਜੀ ਸੁਣ ਕੇ ਮੁਸਕਰਾਏ। ਸ਼ਾਹੋ ਸੁਹਾਗਣ ਨਾਮ ਬੜਾ ਤਗੜਾ ਹੈ। ਸ਼ਾਹੋ ਸੁਹਾਗਣ ਲੋਕਾਂ ਨੂੰ ਭਰਮਾਉਣ ਲਈ ਨਾ ਬੜੇ ਲੱਛੇਦਾਰ ਜਿਹੇ ਨਾਮ ਰੱਖੇ ਜਾਂਦੇ ਨੇ। ਤੁਸੀਂ ਦੇਖ ਰਹੇ ਕਿਹੜੇ ਕਿਹੜੇ ਵੱਡੇ ਨਾਮ ਹੁੰਦੇ ਨੇ। ਦੇਖੋ, ਕਿਸੇ ਦੇ ਵਿੱਚ ਜੇ ਤੁਸੀਂ ਮਹਾਨ ਬਣਨਾ ਹੈ ਤੇ ਨਾਂ ਦੀ ਕੋਈ ਵਿਸ਼ੇਸ਼ਤਾ ਦੀ ਲੋੜ ਨਹੀਂ ਹੈ। ਨਾਮ ਨਹੀਂ, ਤੁਹਾਡੇ ਕਰਮ ਤੁਹਾਨੂੰ ਮਹਾਨ ਬਣਾਉਣਗੇ। ਜਦੋਂ ਤੁਹਾਡੀ ਕਰਨੀ ਵਧੀਆ ਹੋਈ ਨਾ, ਕਰਨੀ ਵਧੀਆ, ਤੇ ਤੁਹਾਨੂੰ ਕਿਤੇ ਐਡ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਕਿਤੇ ਕੋਈ ਇਹੋ ਜਿਹਾ ਅਡੰਬਰ, ਕੋਈ ਭੇਖ ਕਰਨ ਦੀ ਲੋੜ ਨਹੀਂ ਹੈ। ਦੁਨੀਆ ਤੁਹਾਡੇ ਕੰਮਾਂ ਤੋਂ ਪ੍ਰਫੁੱਲਤ ਹੋ ਕੇ, ਫੁੱਲ ਕਦੇ ਆਪਣੀ ਕੋਈ ਅਡੰਬਰ ਕਰਦਾ ਹੈ? ਫੁੱਲ ਕੋ ਆਪਣੀ ਕੋਈ ਐਡਵਰਟਾਈਜ਼ਮੈਂਟ ਕਰਦਾ ਹੈ? ਫੁੱਲ ਦੀ ਸੁਗੰਧੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਫੁੱਲ ਦੀ ਸੁਗੰਧੀ ਲੋਕਾਂ ਦੀ ਖਿੱਚ ਦਾ ਕਾਰਨ ਬਣਦੀ ਹੈ। ਜਦੋਂ ਮਨੁੱਖ ਦੇ ਅੰਦਰ ਗੁਣ ਹੋਣਗੇ, ਦੁਨੀਆ ਤੇ ਆਪਣੇ ਆਪ ਖਿੱਚੀ ਆਏਗੀ। ਗੁਣਵਾਨਾਂ ਦੀ ਲੋਕਾਂ ਨੂੰ ਲੋੜ ਹੈ। ਦੁਨੀਆ ਤੇ ਚਾਹੁੰਦੀ ਚੰਗੇ ਲੋਕਾਂ ਕੋਲ ਬੈਠੀ ਹੈ। ਲੇਕਿਨ ਜਿਹੜੇ ਲੋਕ ਆਪਣੇ ਕਿਰਦਾਰ ਕਰਕੇ ਮਹਾਨ ਨਹੀਂ ਬਣ ਸਕਦੇ, ਉਹ ਫਿਰ ਕੀ ਕਰਦੇ? ਭੇਖ ਦਾ ਆਸਰਾ ਲੈਂਦੇ, ਚਮਕਦਾਰ ਜਿਹਾ ਭੇਖ ਪਾ ਲੈਣਗੇ ਜਿਹਦੇ ਨਾਲ ਲੋਕਾਂ ਨੂੰ ਜ਼ਿਆਦਾ ਭਰਮਾਇਆ ਜਾਏ। ਆਪਣੇ ਨਾਮ ਦੇ ਨਾਲ ਇਹੋ ਜਿਹੇ ਤਖੱਲਸ ਲਗਾ ਲੈਣਗੇ ਜਿਹਦੇ ਨਾਲ ਲੋਕਾਂ ਤੇ ਵਧੀਆ ਪ੍ਰਭਾਵ ਪਾਇਆ ਜਾਏ। ਉਹ ਫਿਰ ਬੜੀ ਆਪਣੀ ਮਸ਼ਹੂਰੀ ਕਰਨਗੇ, ਬੜੇ ਬੜੇ ਤਗੜੇ ਉਹ ਆਪਣੇ ਐਡਵਰਟਾਈਜ਼ਮੈਂਟ ਦੇ ਸਾਧਨ ਕਰਨਗੇ। ਆਪਣੇ ਉਹਨਾਂ ਨੇ ਗਾਂ ਖਰੀਦੇ ਹੋਏ ਏਜੰਟ ਵੀ ਰੱਖੇ ਹੁੰਦੇ ਨੇ। ਧਰਮ ਦੀ ਦੁਨੀਆ 'ਚ ਇਹ ਕੁਝ ਵੀ ਚੱਲਦਾ ਹੈ। ਧਰਮ ਦੀ ਦੁਨੀਆ 'ਚ ਏਜੰਟ ਰੱਖੇ ਹੁੰਦੇ ਨੇ। ਇੱਕ ਘਟਨਾ ਯਾਦ ਆ ਗਈ, ਕੋਈ ਵਿਅਕਤੀ ਧਾਰਮਿਕ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਬੜਾ ਧਾਰਮਿਕ ਗਿਆਨ ਦਿਆ ਕਰਦਾ ਸੀ ਆਪਣੇ ਮਾਰਗ ਦਾ, ਔਰ ਉਹਨੇ ਨਾਲ ਆਪਣੇ ਬੰਦੇ ਰੱਖੇ ਹੋਏ ਸਨ ਕਿ ਜਦੋਂ ਮੈਂ ਬੋਲਿਆ ਕਰਾਂ ਤੁਸੀਂ ਥੋੜੇ ਥੋੜੇ ਚਿਰ ਬਾਅਦ ਜਕਾਰਾ ਛੱਡੀ ਜਾਣਾ। ਤੁਸੀਂ ਦੇਖਦੇ ਨਹੀਂ ਦੀਵਾਨ 'ਚ ਜਕਾਰੇ ਛੱਡੀ ਜਾਂਦੇ। ਦੀਵਾਨ 'ਚ ਜਕਾਰੇ ਦਾ ਕੀ ਅਰਥ ਹੋਇਆ ਭਲਾ? ਜਕਾਰਾ ਅਰਦਾਸ ਤੋਂ ਬਾਅਦ ਤੇ ਹੈ, ਜਕਾਰਾ ਕਿਤੇ ਜੰਗੀ ਮੁਹਿੰਮ ਤੇ ਹੈ, ਜਕਾਰਾ ਕਿਸੇ ਖਾਸ ਕੰਮ ਲਈ ਤੇ ਕੀਰਤਨ ਕਰਦੇ ਆ, ਜਕਾਰੇ ਛੱਡਣ ਦਾ ਕੀ ਅਰਥ ਹੋਇਆ ਜੀ? ਇਹ ਤੇ ਕੋਈ ਮਰਜ਼ਾਦਾ ਨਹੀਂ। ਗੁਰਮਤਿ ਦੀਆਂ ਅਸੀਂ ਧੱਜੀਆਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਡਾਉਂਦੇ ਆ, ਤੇ ਉਹ ਕਈਆਂ ਨੇ ਕੋਲ ਰੱਖੇ ਹੁੰਦੇ ਨੇ ਜਕਾਰੇ ਛੱਡਣ ਵਾਲੇ, ਆਪ ਹੀ ਰੱਖੇ ਹੁੰਦੇ ਨੇ। ਉਹ ਬੰਦਾ ਜਿਹੜਾ ਨਾਲ ਲਿਆਂਦਾ, ਉਹ ਕਿਤੇ ਪਹਿਲਾਂ ਹੀ ਖਾਣ ਪੀਣ ਦੇ ਆਰ 'ਚ ਰੁੱਝ ਗਿਆ, ਦੂਰੋਂ ਆਇਆ ਸੀ, ਭੁੱਖਾ ਰੱਜ ਗਿਆ ਜ਼ਿਆਦਾ, ਤੇ ਦੀਵਾਨ 'ਚ ਬੈਠਦੇ ਉਹਨੂੰ ਕਿਤੇ ਆ ਗਈ ਨੀਂਦ ਆ ਗਈ। ਕਿੰਨਾ ਚਿਰ ਕੰਮ ਚੱਲਦਾ ਰਿਹਾ, ਉਹ ਤੇ ਉੱਠਿਆ ਹੀ ਨਹੀਂ। ਤੇ ਜਦੋਂ ਰਹਿ ਗਏ ਨਾ 5-7 ਮਿੰਟ, ਉਹਨੂੰ ਹੋਸ਼ ਆਈ। ਉਹਨੇ ਸੋਚਿਆ ਮੈਂ ਤੇ ਜਕਾਰਾ ਛੱਡਿਆ ਹੀ ਕੋਈ ਨਹੀਂ। ਜਿਉਂ ਜਕਾਰੇ ਛੱਡਣ ਲੱਗਾ ਹਟੇ ਹੀ ਨਾ, ਉਹ ਫਿਰ ਹਟੇ ਹੀ ਨਾ, ਕਿਉਂਕਿ ਉਹਨੂੰ ਚਾਬੀ ਦਿੱਤੀ ਸੀ ਤੂੰ ਜਕਾਰੇ ਛੱਡਣੇ ਨੇ। ਕੁਝ ਲੋਕ ਆਪਣੇ ਆਪ ਨੂੰ ਮਹਾਨ ਬਣਾਉਣ ਲਈ ਇਦਾਂ ਦੇ ਏਜੰਟ ਵੀ ਰੱਖ ਲੈਂਦੇ ਨੇ, ਸਿਰਫ ਲੋਕਾਂ ਤੇ ਪ੍ਰਭਾਵ ਪਾਉਣ ਦੇ ਲਈ। ਪਰ ਜੇ ਕਿਸੇ ਦੇ ਕੋਲ ਗੁਣ ਹੈ, ਜੇ ਕਿਸੇ ਦੇ ਕੋਲ ਕਿਰਦਾਰ ਹੈ, ਤੇ ਉਹਨੂੰ ਇਸ ਅਡੰਬਰ ਦੀ ਲੋੜ ਨਹੀਂ। ਸਤਿਗੁਰੂ ਜੀ ਨੇ ਦੇਖਿਆ ਕਿ ਨਾਂ ਤੇ ਰੱਖਿਆ ਸ਼ਾਹੋ ਸੁਹਾਗਣ,
ਕਈਆਂ ਦੇ ਨਾਮ ਨਾਲ ਲੱਗਿਆ ਹੁੰਦਾ ਬ੍ਰਹਮ ਗਿਆਨੀ, ਕਈਆਂ ਦੇ ਨਾਲ ਪਤਾ ਨਹੀਂ ਕੀ ਕੁਝ ਲਗਾਇਆ ਹੁੰਦਾ। ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਬ੍ਰਹਮ ਗਿਆਨੀ ਕਹਿਣ ਦੀ ਕੋਈ ਲੋੜ ਨਹੀਂ ਹੈ, ਉਹ ਤੇ ਬ੍ਰਹਮ ਚ ਵਿਲੀਨ ਹੋ ਗਿਆ, ਉਹ ਤੇ ਮਹਾਨ ਹੈ। ਸੋ ਸਤਿਗੁਰੂ ਜੀ ਜਦੋਂ ਪਹੁੰਚੇ, ਇਹ ਨਾਂ ਸੁਣਿਆ ਤੇ ਸਤਿਗੁਰੂ ਜੀ ਹੱਸ ਪਏ ਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਿਹਾ ਹੈ, ਹਮਕੋ ਸੰਗ ਲੀਨ ਜਗ ਸਾਈ, ਪਹੁੰਚਤ ਬੇ ਜਾਏ ਤੇ ਠਾਈ। ਭਾਈ ਸਾਹਿਬ ਕਹਿੰਦੇ ਸਾਨੂੰ ਸਤਿਗੁਰੂ ਜੀ ਨੇ ਨਾਲ ਲਿਆ, ਉਹ ਜਿੱਥੇ ਮੇਲਾ ਲੱਗਿਆ ਹੋਇਆ ਸੀ ਉੱਥੇ ਸਤਿਗੁਰੂ ਜੀ ਜਾ ਪਹੁੰਚੇ। ਦਰ ਆਗੇ ਹੈ ਠੰਡ ਤਬ, ਦੇਖੀ ਭੀੜ ਅਪਾਰ। ਸਤਿਗੁਰੂ ਜੀ ਜਦੋਂ ਪਹੁੰਚੇ ਨਾ, ਉਹਦੇ ਸਥਾਨ ਤੇ ਦਰਵਾਜ਼ੇ ਤੇ ਉੱਥੇ ਬਹੁਤ ਵੱਡੀ ਭੀੜ ਲੱਗੀ ਹੋਈ ਸੀ। ਅੰਤਰ ਪ੍ਰਵਸ਼ੇ ਕੋ ਨਹੀਂ, ਕਰੇ ਤਹਾਂ ਨਮਸਕਾਰ। ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦਾ, ਨਾ ਕੋਈ ਜਾਣ ਦੀ ਹਿੰਮਤ ਹੀ ਕਰਦਾ, ਤੇ ਉੱਥੇ ਹੀ ਮੱਥਾ ਟੇਕ ਕੇ, ਮੱਥਾ ਟਿਕਾਉਣ ਦੀ ਕਿਹੜੀ ਗੱਲ, ਜਿੱਥੇ ਮਰਜ਼ੀ ਟਿਕਾ ਦਿਓ ਮੱਥਾ। ਤੁਸੀਂ ਕਿਤੇ ਤੁਰੇ ਜਾਂਦੇ ਟੇਕ ਦੋਗੇ ਨਾ 2 ਇੱਟਾਂ ਖੜੀਆਂ ਕਰਕੇ, ਤੇ ਅਗਲੇ ਦਿਨ ਉੱਥੇ ਭੀੜ ਹੀ ਲੱਗ ਜਾਏਗੀ। ਤੁਸੀਂ ਦੇਖਦੇ ਆ ਨਹਿਰਾਂ ਦੇ ਕੰਢਿਆਂ ਤੇ, ਸੜਕਾਂ ਦੇ ਕੰਢਿਆਂ ਤੇ, ਦਰਿਆਵਾਂ ਦੇ ਕੰਢਿਆਂ ਤੇ, ਜਿੱਥੇ ਮਰਜ਼ੀ ਮਾੜੀ ਜਗ੍ਹਾ ਬਣਾ ਕੇ ਮੱਥੇ ਟਿਕਾ ਲਓ। ਮੱਥਾ ਟਿਕਾਉਣਾ ਕਿਹੜਾ ਔਖਾ ਹੈ? ਮੱਥੇ ਟੇਕਣਾ ਕੋਈ ਧਰਮ ਨਹੀਂ ਮਾਫ ਕਰਨਾ, ਮੱਥੇ ਟੇਕਣ ਦੇ ਨਾਲ ਕੁਝ ਨਹੀਂ ਬਣਨਾ। ਗੱਲ ਤਾਂ ਗਿਆਨ ਲੈਣ ਦੀ ਹੈ। ਜਿੱਥੋਂ ਗਿਆਨ ਨਹੀਂ ਮਿਲਦਾ ਉਹ ਅਸਥਾਨ ਧਰਮ ਅਸਥਾਨ ਨਹੀਂ ਹੋ ਸਕਦਾ, ਗਿਆਨ ਧਰਮ ਹੈ। ਗੁਰਬਾਣੀ ਦਾ ਇਹ ਐਲਾਨ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ ਤਹ ਧਰਮ ਹੈ। ਜਿੱਥੋਂ ਗਿਆਨ ਮਿਲਦਾ ਹੈ ਜ਼ਿੰਦਗੀ ਦਾ, ਉਹ ਧਰਮ ਸਥਾਨ ਹੈ, ਉਹ ਧਰਮ ਹੈ। ਜੇ ਗਿਆਨ ਨਹੀਂ ਹੈ, ਅਡੰਬਰ ਹੈ, ਤੇ ਦੇਖਾ ਦੇਖੀ ਨੂੰ ਕੋਈ ਧਰਮ ਨਹੀਂ ਕਿਹਾ ਜਾਂਦਾ। ਦੁਨੀਆ ਐਵੇਂ ਹੀ ਬਾਹਰੋਂ ਹੀ ਦਰਵਾਜ਼ੇ ਨੂੰ ਮੱਥੇ ਟੇਕ ਕੇ ਤੁਰੀ ਚਲੀ ਜਾਂਦੀ ਹੈ। ਸਤਿਗੁਰੂ ਜੀ ਲੋਕਾਂ ਵੱਲ ਦੇਖ ਕੇ ਹੱਸ ਪਏ। ਗੁਰਬਾਣੀ ਵਿੱਚ ਦੁਨੀਆ ਦੀ ਜੋ ਮਾਨਸਿਕਤਾ ਹੈ ਸਤਿਗੁਰੂ ਜੀ ਨੇ ਬਿਆਨ ਕੀਤੀ, ਪਰਜਾ ਅੰਨੀ ਗਿਆਨ ਵਿਨ। ਗਿਆਨ ਤੋਂ ਬਿਨਾਂ ਇਹ ਲੋਕਾਈ ਅੰਨੀ ਹੈ, ਤੁਰੀ ਫਿਰਦੀ ਦਰ ਦਰ ਤੇ ਭਟਕੜੀ। ਨਾਨਕ ਮੂਸੇ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਗਿਆਨ ਤੋਂ ਵਿਹੂਣੀ ਇਹ ਲੋਕਾਈ ਲੁੱਟੀ ਜਾ ਰਹੀ ਪਖੰਡੀਆਂ ਦੇ ਹੱਥੋਂ। 10 ਨੌਵਾਂ ਦੀ ਇੱਕ ਕਿਰਤ ਦੇ ਸਿਰ ਤੇ ਮੌਜਾਂ ਮਾਣਨ ਦੇ ਪਖੰਡੀ ਲੋਕ ਜਿਹੜੇ ਨੇ, ਐਸੋ ਇਸਰਤ ਕਰਦੇ, ਵਿਵਚਾਰ ਕਰਦੇ ਉਹ ਲੋਕ ਜਿਹੜੇ ਨੇ। ਇਸ ਕਰਕੇ ਕਿਉਂਕਿ ਲੋਕਾਂ ਨੂੰ ਗਿਆਨ ਹੀ ਨਹੀਂ, ਆਪਾਂ ਕਰਨਾ ਕੀ ਜ਼ਿੰਦਗੀ ਦੇ ਅੰਦਰ। ਸੋ ਸਤਿਗੁਰੂ ਜੀ ਨੇ ਦੇਖੀ ਲੋਕਾਂ ਦੀ ਅਗਿਆਨਤਾ ਕਿ ਦਰਵਾਜ਼ੇ ਨੂੰ ਮੱਥੇ ਟੇਕ ਕੇ ਲੋਕੀ ਤੁਰੇ ਜਾਂਦੇ ਨੇ। ਮੱਥਾ ਹਰ ਥਾਂ ਤੇ ਨਹੀਂ ਟੇਕਣਾ ਚਾਹੀਦਾ, ਮੱਥਾ ਉੱਥੇ ਝੁਕਣਾ ਚਾਹੀਦਾ ਜਿੱਥੋਂ ਸਾਨੂੰ ਗਿਆਨ ਮਿਲੇ, ਉੱਥੇ ਨਮਸਕਾਰ ਕਰਨੀ ਚਾਹੀਦੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਉਂ ਟੇਕਦੇ ਹਾਂ? ਸਾਨੂੰ ਇੱਥੋਂ ਗਿਆਨ ਮਿਲਦਾ, ਸਾਨੂੰ ਰੋਸ਼ਨੀ ਮਿਲਦੀ ਹੈ, ਚੰਨ ਮਿਲਦਾ ਜ਼ਿੰਦਗੀ ਦਾ। ਅੰਤਰ ਜਾਨ ਲਗੇ ਸ਼੍ਰੀ ਪ੍ਰਭ ਜਬ, ਜੇ ਦਰਵਾਨ ਕਹੇ ਬਚ ਤਿਨ ਤਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਅੱਗੇ ਇਸ ਦੇ ਭੀੜ ਨੂੰ ਲੰਬੇ ਕਰਕੇ। ਗੁਰੂ ਸਾਹਿਬ ਜੀ ਆਪ ਤਗੜੇ ਸਨ ਸਰੀਰ ਕਰਕੇ, ਜਵਾਨੀ ਵਿੱਚ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਵੈਸੇ ਜਿਹੜੇ ਸਤਿਗੁਰੂ ਜੀ ਇੰਨਾ ਲੰਬਾ ਸਫ਼ਰ ਕਰ ਲੈਂਦੇ, ਵਾਹੀ ਖੇਤੀ ਕੀਤੀ, ਉਹ ਕੋ ਆਮ ਸਾਧੂ ਵਾਂਗੂ ਥੋੜੇ ਸਨ। ਸਤਿਗੁਰੂ ਜੀ ਤੁਰ ਪਏ ਅੱਗੇ। ਜਦੋਂ ਅੱਗੇ ਜਾਣ ਲੱਗੇ ਦਰਵਾਜ਼ੇ ਕੋਲ, ਤੇ ਅੱਗੇ ਜਿਹੜੇ ਖੜੇ ਸੀ ਉਹਦੇ ਕੀਤੇ ਹੋਏ ਬੰਦੇ, ਉਹਨਾਂ ਨੇ ਸਤਿਗੁਰੂ ਜੀ ਨੂੰ ਰੋਕ ਦਿੱਤਾ। ਅੰਤਰ ਹੁਕਮ ਜਾਨ ਕੋ ਨਾਹੀ, ਦਰਪੁਰ ਜਾਰਤ ਕਰ ਮੁਰ ਜਾਹੀ। ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਅੰਦਰ ਜਾਣ ਦਾ ਹੁਕਮ ਨਹੀਂ ਹੈ, ਇੱਥੋਂ ਦਰਵਾਜ਼ੇ ਤੋਂ ਹੀ ਕਰ ਲਓ ਜੋ ਤੁਸੀਂ ਕਰਨਾ ਹੈ। ਜ਼ਿਆਰਤ ਹੁੰਦਾ, ਯਾਤਰਾ ਕਰ ਲਓ, ਮੱਥਾ ਟੇਕ ਲਓ, ਅੱਗੇ ਨਹੀਂ ਤੁਸੀਂ ਜਾ ਸਕਦੇ। ਗੁਰੂ ਕਹਿ ਦੇ ਕੋ ਸੁਧ ਦੀਜੈ, ਦਰ ਠਾਂਡੇ ਦਰਵੇਸ਼ ਲਖੀਜੈ। ਸਤਿਗੁਰੂ ਜੀ ਕਹਿੰਦੇ ਠੀਕ ਹੈ, ਕੀ ਗੱਲ ਅੰਦਰ ਕਿਉਂ ਨਹੀਂ ਜਾਣ ਦੇਣਾ? ਚਲੋ ਜੇ ਤੁਸੀਂ ਅੰਦਰ ਨਹੀਂ ਜਾਣ ਦਿੰਦੇ, ਜਿਹੜਾ ਅੰਦਰ ਬੈਠਾ ਉਹਨੂੰ ਕਹੋ ਕਿ ਤੈਨੂੰ ਕੋਈ ਮਿਲਣ ਲਈ ਆਇਆ ਹੈ, ਕੋਈ ਦਰਵੇਸ਼ ਰੱਬ ਦਾ ਪਿਆਰਾ। ਹੁਣ ਦਰਵੇਸ਼ਾਂ ਦੀ ਦਰਵੇਸ਼ਾਂ ਨਾਲ ਸਾਂਝ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜਾਂ ਰੱਬੀ ਪਿਆਰਿਆਂ ਦਾ ਜਿੰਨਾ ਵੀ ਇਤਿਹਾਸ ਪੜ੍ਹੋ, ਸਤਿਗੁਰੂ ਜੀ ਜਿੱਥੇ ਗਏ, ਜੇ ਪਤਾ ਕਿਸੇ ਨੂੰ ਲੱਗਾ ਤੇ ਉਹ ਸਿਆਣੇ ਵਿਦਵਾਨ ਪੰਡਤ ਮੌਲਵੀ ਕਾਜੀ ਸਤਿਗੁਰੂ ਜੀ ਨੂੰ ਮਿਲਣ ਦੇ ਲਈ ਆਏ। ਭਾਵੇਂ ਕਿਸੇ ਵੀ ਧਰਮ ਸਥਾਨ ਤੇ ਸਤਿਗੁਰੂ ਜੀ ਗਏ, ਕੋਈ ਲੁਕ ਕੇ ਨਹੀਂ ਬੈਠਾ। ਜਦੋਂ ਪਤਾ ਲੱਗਾ ਕਿ ਰੱਬ ਦਾ ਦਰਵੇਸ਼ ਆਇਆ, ਕੋਈ ਚਰਚਾ ਕਰਨ ਲਈ ਆ ਗਿਆ, ਕੋਈ ਬਹਿਸ ਕਰਨ ਲਈ ਆ ਗਿਆ, ਕੋਈ ਗਿਆਨ ਲੈਣ ਲਈ ਆ ਗਿਆ, ਕੋਈ ਗਿਆਨ ਦੇਣ ਲਈ ਆ ਗਿਆ। ਲੇਕਿਨ ਇੱਥੇ ਜਦੋਂ ਸਤਿਗੁਰੂ ਜੀ ਨੂੰ ਰੋਕਿਆ ਗਿਆ, ਸਤਿਗੁਰੂ ਜੀ ਕਿਉਂ ਵੀ ਅੰਦਰ ਕਿਉਂ ਨਹੀਂ ਜਾ ਸਕਦੇ? ਕਾਰਨ ਕੀ ਹੈ? ਚਲੋ ਜੇ ਤੁਸੀਂ ਨਹੀਂ ਜਾਣ ਦੇਣਾ, ਉਹ ਜਿਹੜਾ ਅੰਦਰ ਬੈਠਾ ਹੈ ਉਹਨੂੰ ਕਹੋ ਕਿ ਬਾਹਰ ਤੈਨੂੰ ਕੋ ਮਿਲਣ ਲਈ ਆਇਆ ਹੈ। ਤੁਮ ਦਰਸ਼ਨ ਕੀ ਹੈ ਚਿਤ ਚਾਹੀ, ਆਏ ਸੋਏ ਤਾਂ ਆਵੇ ਪਾਹੀ। ਸਤਿਗੁਰੂ ਜੀ ਦੀ ਨਿਰਮਾਣਤਾ ਦੇਖੋ। ਸਤਿਗੁਰੂ ਜੀ ਕਹਿੰਦੇ ਉਹਦੇ ਦਰਸ਼ਨ ਕਰਨ ਆਏ ਜਿਹਨੂੰ ਅੰਦਰ ਤੁਸੀਂ ਲੁਕਾਇਆ ਹੋਇਆ ਹੈ। ਜੇ ਤੁਸੀਂ ਨਹੀਂ ਜਾਣ ਦੇਣਾ, ਉਹਨੂੰ ਸੁਨੇਹਾ ਦਿਓ ਵੀ ਤੇਰੇ ਦਰਸ਼ਨ ਕਰਨ ਲਈ ਕੋ ਆਇਆ ਹੈ, ਤੇ ਤੂੰ ਬਾਹਰ ਆ ਜਾ। ਜੇ ਅੰਦਰ ਨਹੀਂ ਜਾਣ ਦੇਣਾ ਤਾਂ ਠਾਂਡੇ ਹੋਏ ਦੂਰ ਦਰਵਾਨਾ, ਜਾਏ ਤਾਂ ਐਸੋ ਬਚਨ ਬਖਾਨਾ। ਪਹਿਲੀ ਗੱਲ ਕਿ ਧਾਰਮਿਕ ਲੋਕ ਨੂੰ, ਵਿਅਕਤੀ ਨੂੰ ਲੁਕਣ ਦੀ ਲੋੜ ਕੀ ਹੈ? ਲੁਕਾਇਆ ਤੇ ਪਾਪ ਜਾਂਦਾ ਹੈ, ਲੁਕਾਇਆ ਤੇ ਝੂਠ ਜਾਂਦਾ ਹੈ। ਲੁਕਾਉਣ ਦੀ ਲੋੜ ਕੀ ਹੈ? ਇੰਨੀ ਦੁਨੀਆ ਆਈ ਹੈ, ਕੋਈ ਲੁਕ ਕੇ ਬੈਠ ਜਾਏ, ਤੁਸੀਂ ਮੈਨੂੰ ਮਿਲ ਹੀ ਨਹੀਂ ਸਕਦੇ, ਸਮਝੋ ਕਿ ਉੱਥੇ ਕੁਝ ਨਾ ਕੁਝ ਗਲਤ ਹੈ, ਉਹ ਠੀਕ ਨਹੀਂ ਹੈ ਜੀ ਲੁਕਿਆ ਹੋਇਆ। ਧਰਮ ਜਿਹੜਾ ਉਹ ਲੁਕਾਇਆ ਨਹੀਂ ਜਾ ਸਕਦਾ।
ਜੋ ਲੁਕਾਇਆ ਜਾ ਸਕਦਾ ਉਹ ਧਰਮ ਨਹੀਂ ਹੋ ਸਕਦਾ, ਉਹ ਧਰਮੀ ਨਹੀਂ ਹੋ ਸਕਦਾ ਜੋ ਲੁਕ ਕੇ ਕੀਤਾ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਬਾਨ ਨੂੰ ਕਿਹਾ ਕਿ ਜਾ ਅੰਦਰ ਸੁਨੇਹਾ ਦੇ, ਤੂੰ ਧਾਰਮਿਕ ਬੰਦਾ, ਤੈਨੂੰ ਕੋਈ ਧਾਰਮਿਕ ਦਰਵੇਸ਼ ਮਿਲਣ ਲਈ ਆਈ ਨੇ, ਗੱਲਬਾਤ ਕਰ ਆ ਕੇ। ਔਰ ਜਿਸ ਵੇਲੇ ਉਸ ਵਿਅਕਤੀ ਨੇ ਦੂਰੋਂ ਹੀ ਆਵਾਜ਼ ਮਾਰ ਕੇ, ਕਿਉਂਕਿ ਜਾ ਉਹ ਵੀ ਨਹੀਂ ਸਕਦਾ ਅੰਦਰ, ਨੇੜਿਓਂ ਵੀ ਨਹੀਂ ਜਾ ਸਕਦਾ, ਦੂਰੋਂ ਆਵਾਜ਼ ਮਾਰ ਕੇ ਕਿਹਾ ਕਿ ਕੋ ਬਾਹਰ ਰੱਬ ਦੇ ਦਰਵੇਸ਼ ਮਿਲਣ ਲਈ ਆਏ ਹਨ। ਦਰ ਦਰਵੇਸ਼ ਤੁਮਾਰੇ ਆਏ, ਮਿਲਣ ਚਾਹੇ ਰਾਵ ਰੇਦ ਕਾਏ। ਕੋਈ ਦਰਵੇਸ਼ ਰੱਬ ਦੇ ਫਕੀਰ ਆਏ ਨੇ ਤੇਰੇ ਕੋਲ ਤੈਨੂੰ ਮਿਲਣ ਦੇ ਲਈ। ਜੋ ਅਬ ਆਇਸ ਹੋਏ ਤੁਮਾਰੀ, ਕਰ ਹੈ ਜਾਰਤ ਆਏ ਅਗਾਰੀ। ਜੇ ਤੁਸੀਂ ਆਗਿਆ ਦਿਓ ਤੇ ਦਰਵਾਜ਼ਾ ਖੋਲ ਕੇ ਅੰਦਰ ਲੈ ਆਈਏ ਉਹਨਾਂ ਨੂੰ, ਉਹ ਮਿਲਣ ਤੁਹਾਨੂੰ ਆ ਕੇ। ਉੱਤਰ ਦੀਨ ਪਖੰਡੀ ਗਾਡੇ, ਬਰਜੋ ਦਰ ਪਰ ਰੱਖੋ ਠਾਂਡੇ। ਉਸ ਪਖੰਡੀ ਨੇ ਅੱਗੋਂ ਉੱਤਰ ਦਿੱਤਾ ਕਿ ਰੋਕ ਦਿਓ, ਕੋਈ ਅੱਗੇ ਨਹੀਂ ਆਉਣਾ ਚਾਹੀਦਾ, ਦਰਵਾਜ਼ਾ ਬੰਦ ਹੀ ਰੱਖੋ। ਆਜ ਹੋਤ ਮੁਝ ਸੋ ਕੋ ਦਰਸ਼ਨ, ਨੈ ਅਵਲੋਕੋ ਕਿਸੇ ਬਰਸਨ। ਅੱਜ ਮੈਨੂੰ ਸ਼ਹੁਦ ਅਰਥ ਮੇਰਾ ਪਤੀ, ਮੇਰਾ ਖਸਮ ਜਿਹੜਾ ਉਹਦੇ ਦਰਸ਼ਨ ਹੋਣੇ ਨੇ, ਇਸ ਕਰਕੇ ਕੋਈ ਮੇਰੇ ਇਸ ਕੰਮ 'ਚ ਵਿਘਨ ਨਹੀਂ ਪਾ ਸਕਦਾ, ਮੈਨੂੰ ਕੋਈ ਇੱਥੇ ਆ ਕੇ ਮਿਲ ਨਹੀਂ ਸਕਦਾ। ਸੋਨ ਦਰਵਾਨ ਸੁਆਏ ਬਖਾਨੀ, ਬਿਗਸੇ ਪ੍ਰਭ ਤਬ ਦੰਬਨ ਹਾਨੀ। ਪਤਾ ਨਹੀਂ ਕਿਹੜੇ ਛਿਨੋਂ ਆ ਜਾਏ, ਕਹਿੰਦਾ ਜੀ ਪਤਾ ਨਹੀਂ ਕਿਹੜੇ ਛਿਨ ਮਿਲਣ ਨੂੰ ਆ ਜਾਵੇ, ਇਸ ਕਰਕੇ ਮੇਰੇ ਕੋਲ ਟਾਈਮ ਨਹੀਂ। ਲੋਕਾਂ ਨੇ ਰੱਬ ਨੂੰ ਵੀ ਪਤਾ ਨਹੀਂ ਕੀ ਬਣਾਇਆ ਕਿ ਕਿਹੜੇ ਛਿਨ ਮਿਲਣ ਲਈ ਆ ਜਾਏ। ਤੁਸੀਂ ਧਾਰਮਿਕ ਕਹਾਣੀਆਂ ਸੁਣਦੇ ਹੋ, ਫਲਾਣੇ ਬੰਦੇ ਨੂੰ ਰੱਬ ਦੇ ਦਰਸ਼ਨ ਹੋਏ, ਫਲਾਣੇ ਭਗਤ ਨੂੰ 72 ਵਾਰੀ ਦਰਸ਼ਨ ਹੋਇਆ, ਵੀ ਇੱਕ ਕਥਾ ਪ੍ਰਚਲਿਤ 72 ਵਾਰੀ। ਰੱਬ ਕੋਈ ਵਿਅਕਤੀ ਜਿਹੜਾ ਮਿਲੇਗਾ ਤੇ ਵਿਛੜ ਜਾਏਗਾ, ਰੱਬ ਵਿਅਕਤੀ ਨਹੀਂ, ਰੱਬ ਇੱਕ ਅਵਸਥਾ ਹੈ। ਰੱਬ ਦੇ ਵਿੱਚ ਜਦੋਂ ਤੁਸੀਂ ਮਿਲ ਜਾਓਗੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਤੁਸੀਂ ਰੱਬ ਬਣ ਲਈ ਆਏ ਹੋ ਧਰਤੀ ਤੇ, ਰੱਬ ਬਣ ਲਈ। ਰੱਬ ਨੇ ਮਿਲਣਾ ਨਹੀਂ, ਤੁਸੀਂ ਰੱਬ ਬਣਨਾ ਹੈ। ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਦੋਂ ਰੱਬ ਦੇ ਗੁਣ ਤੁਹਾਡੇ ਚ ਆ ਜਾਣਗੇ, ਰੱਬ ਦੇ ਗੁਣ ਕਿਹੜੇ ਨੇ, ਰੱਬ ਦਾ ਸਰੂਪ ਕਿਹੜਾ ਹੈ, ਤੁਸੀਂ ਮੂਲ ਮੰਤਰ ਪੜ੍ਹਦੇ, ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ। ਗੁਰਬਾਣੀ ਨੇ ਰੱਬ ਦੇ ਗੁਣ ਹੀ ਦੱਸੇ ਨੇ ਕਿ ਪ੍ਰਮਾਤਮਾ ਪਰਉਪਕਾਰੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰਦਾ ਹੈ, ਪ੍ਰਮਾਤਮਾ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦਾ ਹੈ, ਪ੍ਰਮਾਤਮਾ ਦੀ ਬਣਾਈ ਇੱਕ ਇੱਕ ਚੀਜ਼ ਸਮੁੱਚੀ ਮਨੁੱਖਤਾ ਦੇ ਨਾਲ ਬਰਾਬਰ ਦਾ ਵਿਹਾਰ ਕਰਦੀ ਹੈ। ਪ੍ਰਮਾਤਮਾ ਦਾ ਸੂਰਜ ਸਾਰਿਆਂ ਨੂੰ ਬਰਾਬਰ ਚਾਨਣ ਦਿੰਦਾ ਹੈ, ਧਰਤੀ ਬਰਾਬਰ ਆਸਰਾ ਦਿੰਦੀ ਹੈ, ਸੌਰ ਹਵਾ ਬਰਾਬਰ ਨਿੱਘ ਸੁੱਖ ਦਿੰਦੀ ਹੈ। ਸਾਰੀਆਂ ਚੀਜ਼ਾਂ ਰੱਬ ਦੀਆਂ ਬਰਾਬਰ ਨੇ, ਕੋਈ ਚੀਜ਼ ਰੱਬ ਨੇ ਲੁਕਾਈ ਹੋਈ ਨਹੀਂ ਹੈ। ਜਿਉਂ-ਜਿਉਂ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਸਾਡੇ 'ਚ ਗੁਣ ਉਗਾਉਣਗੇ, ਸਾਡੇ 'ਚ ਬਰਾਬਰਤਾ ਦੀ ਭਾਵਨਾ ਆਏਗੀ, ਸਾਡੇ 'ਚ ਪਰਉਪਕਾਰ ਦੀ ਭਾਵਨਾ ਆਏਗੀ। ਜਿੰਨੇ ਗੁਣ ਆਉਂਦੇ ਗਏ ਉਹਨੇ ਤੁਸੀਂ ਰੱਬ ਦੇ ਨੇੜੇ ਹੁੰਦੇ ਗਏ। ਜਦੋਂ ਤੁਹਾਡੇ 'ਚ ਉਹ ਗੁਣ ਆ ਗਏ, ਤੁਸੀਂ ਰੱਬ 'ਚ ਲਿਵਲੀਨ ਹੋ ਗਏ, ਤੁਸੀਂ ਰੱਬ ਬਣ ਗਏ। ਜਿਹੜਾ ਇੱਕ ਵਾਰੀ ਰੱਬ ਬਣ ਜਾਏ ਉਹ ਤੇ ਰੱਬ ਤੋਂ ਵਿਛੜਦਾ ਹੀ ਨਹੀਂ ਹੈ, ਉਹ ਤੇ ਰੱਬ ਵਿੱਚ ਲਿਵਲੀਨ ਹੋ ਜਾਂਦਾ। ਪਾਣੀ ਪਾਣੀ 'ਚ ਮਿਲ ਜੇ ਕੋਈ ਵਿਛੜਦਾ, ਜੋਤ ਜੋਤ 'ਚ ਮਿਲ ਜੇ ਕੋਈ ਵਿਛੜਦੀ ਹੈ। ਇਸ ਕਰਕੇ ਇਹ ਕਹਿਣਾ ਰੱਬ ਮਿਲਿਆ ਸੀ ਹੁਣ ਨਹੀਂ ਮਿਲਿਆ ਜੀ, ਇੱਕ ਵਾਰੀ ਦਰਸ਼ਨ ਹੋਏ ਸੀ ਮੁੜ ਕੇ ਨਹੀਂ ਹੋਏ, ਜਾਂ ਇੰਨੀ ਵਾਰੀ ਹੋਏ ਸੀ, ਇਹ ਬਿਲਕੁਲ ਦਰਅਸਲ ਕਾਲਪਨਿਕ ਗੱਲਾਂ ਨੇ। ਇਹ ਅਧਿਆਤਮਿਕ ਜਗਤ ਵਿੱਚ ਪੂਰੀਆਂ ਨਹੀਂ ਉਤਰਦੀਆਂ ਗੁਰਬਾਣੀ ਦੀ ਕਸਵੱਟੀ ਤੇ। ਪਰਮਾਤਮਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਇੱਕ ਵਾਰੀ ਪਰਮਾਤਮਾ ਦਾ ਮੇਲ ਹੋ ਗਿਆ, ਉਹ ਮੁੜ ਕੇ ਪਰਮਾਤਮਾ ਤੋਂ ਦੂਰ ਨਹੀਂ ਜਾਂਦੇ, ਕਿਉਂਕਿ ਉਹ ਅਵਸਥਾ ਇਹੋ ਜਿਹੀ ਆਨੰਦਮਈ ਹੈ। ਤੁਹਾਨੂੰ ਕੋਈ ਜ਼ਿੰਦਗੀ 'ਚ ਕੀਮਤੀ ਚੀਜ਼ ਮਿਲ ਜੇ, ਤੁਸੀਂ ਛੱਡੋਗੇ ਮੁੜ ਕੇ ਉਸ ਨੂੰ? ਕਦੀ ਨਹੀਂ ਛੱਡ ਸਕਦੇ ਆਪਾਂ। ਗੁਰਬਾਣੀ ਵਿੱਚ ਬਚਨ ਹੈ, ਕਬਹੂ ਸਾਧ ਸੰਗ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਇਸ ਅਵਸਥਾ ਤੋਂ ਮੁੜ ਕੇ ਬੰਦਾ ਵਾਪਸ ਨਹੀਂ ਆਉਂਦਾ। ਕੋਈ ਬੰਦਾ ਡਾਕਟਰ ਬਣ ਜੇ, ਕੋਈ ਬੰਦਾ ਡਾਕਟਰ ਬਣ ਜੇ, ਕੀ ਉਹ ਡਾਕਟਰ ਬਣਨ ਤੋਂ ਬਾਅਦ ਆਪਾਂ ਕਵਾਂਗੇ ਜੀ ਉਹਦੇ ਕੋਲ ਡਾਕਟਰੀ ਚਲੀ ਗਈ, ਉਥੇ ਉਹਦੇ ਕੋਲ ਗਿਆਨ ਆ ਗਿਆ ਡਾਕਟਰੀ ਦਾ, ਕਿੱਧਰ ਜਾਏਗਾ? ਕੋਈ ਬੰਦਾ ਇੰਜੀਨੀਅਰ ਬਣ ਜੇ, ਜਾਂ ਦੁਨੀਆ ਦਾ ਕੋਈ ਵੀ ਗਿਆਨ ਉਹਦੇ ਕੋਲ ਆ ਗਿਆ, ਕਿ ਉਹ ਮੁੜ ਕੇ ਉਹ ਖੁੱਸ ਜਾਏਗਾ ਉਹਦੇ ਕੋਲੋਂ? ਕਦੀ ਨਹੀਂ ਜਾ ਸਕਦਾ, ਕਿਉਂਕਿ ਉਹਨੇ ਸਿੱਖ ਲਈ ਉਹ ਗੱਲ, ਉਹਦੇ ਜੀਵਨ 'ਚ ਕਿਰਦਾਰ 'ਚੋਂ ਗੱਲ ਆ ਗਈ। ਬਿਲਕੁਲ ਜਦੋਂ ਤੁਸੀਂ ਰੱਬ ਵਰਗੇ ਬਣ ਜਾਓਗੇ, ਮੁੜ ਕੇ ਵਿਛੜੋਗੇ ਨਹੀਂ, ਰੱਬ 'ਚ ਓਤ-ਪੋਤ ਹੋ ਜਾਓਗੇ। ਹਮੇਸ਼ਾ ਹਰ ਵੇਲੇ ਸੁੱਤਿਆਂ ਉੱਠਦਿਆਂ ਜਾਗਦਿਆਂ ਰੱਬ ਹੀ ਬਣੇ ਰਹੋਗੇ। ਤੁਹਾਡਾ ਹਰ ਕਰਮ, ਤੁਹਾਡਾ ਹਰ ਬਚਨ, ਤੁਹਾਡਾ ਹਰ ਇੱਕ ਐਕਸ਼ਨ ਜਿਹੜਾ ਹੈ ਉਹ ਰੱਬ ਵਰਗਾ ਬਣ ਜਾਏਗਾ। ਇਸ ਕਰਕੇ ਇਹ ਕਹਿਣਾ ਕਿ ਰੱਬ ਮਿਲੇਗਾ, ਇਸ ਕਰਕੇ ਨਹੀਂ ਮੈਂ ਬਾਹਰ ਆਉਣਾ, ਕਿਤੇ ਪਤਾ ਨਹੀਂ ਕਿਹੜੇ ਵੇਲੇ ਆ ਕੇ ਮੁੜ ਜਾਏ, ਮੇਰਾ ਦਰਵਾਜ਼ਾ ਖੜਕਾ ਕੇ ਮੁੜ ਜਾਏ। ਸਤਿਗੁਰੂ ਜੀ ਨੂੰ ਕਹਿਣ ਲੱਗੇ ਜੀ ਉਹ ਨਹੀਂ ਬਾਹਰ ਆਉਣਾ ਚਾਹੁੰਦਾ। ਕਛੂ ਨਾ ਚਲੋ ਮਰਦਾਨਾ, ਕੂਰੇ ਅਡੰਬਰ ਸਭ ਪਹਿਚਾਨਾ। ਸਤਿਗੁਰੂ ਜੀ ਹੱਸ ਪਏ, ਕਹਿਣ ਲੱਗੇ ਮਰਦਾਨੇ ਇੱਥੇ ਤੇ ਬਹੁਤ ਵੱਡਾ ਪਖੰਡ ਦਾ ਅੱਡਾ ਹੈ,
ਇੱਥੇ ਤੇ ਰੱਬ ਦੀ ਗੱਲਬਾਤ ਹੀ ਕੋਈ ਨਹੀਂ ਹੈ। ਚਲੋ ਆਪਾਂ ਚੱਲੀਏ, ਕੋਈ ਗੱਲ ਨਹੀਂ। ਹੋਏ ਨਸ਼ਟੇ ਨ ਕਪਟ ਜੋਗੀਨੋ ਕਹਿਓ ਗਮਨੇ ਪਾਤਸ਼ਾਹ ਦੀਨੋ। ਮਰਦਾਨਿਆਂ ਦੇਖੀ ਇਹ ਪਖੰਡ ਦਾ ਅੱਡਾ ਕਿੰਨੀ ਜਲਦੀ ਬਰਬਾਦ ਹੁੰਦਾ ਹੈ। ਰੇਤ ਦੀਆਂ ਕੰਧਾਂ, ਅਸੀਂ ਕੋਈ ਮਕਾਨ ਬਣਾਉਨੇ ਆ, ਉਹਦੇ ਵਿੱਚ ਸੀਮੈਂਟ, ਰੇਤ ਜਾਂ ਹੋਰ ਜੋ ਮਟੀਰੀਅਲ, ਉਹਦੀ ਕੋਈ ਮਾਤਰਾ ਰੱਖੀ ਜਾਂਦੀ ਹੈ। ਤੇ ਜੇ ਤੁਸੀਂ ਬਿਲਕੁਲ ਹੀ ਰੇਤ ਤੇ ਕਹੋ ਜੀ ਮਕਾਨ ਖੜਾ ਹੋ ਜਾਏਗਾ, ਉਹ ਕਿਵੇਂ ਖੜਾ ਹੋਏਗਾ? ਉਹ ਤੇ ਡਿੱਗ ਜਾਏਗਾ, ਨਾਲ ਦੀ ਨਾਲ ਢਹਿ ਢੇਰੀ ਹੋ ਜਾਏਗਾ। ਇਹ ਦਰਅਸਲ ਪਖੰਡ ਦੇ ਅੱਡੇ ਰੇਤ ਦੇ ਘਰ ਵਾਂਗੂ ਹੁੰਦੇ ਨੇ, ਬਹੁਤ ਚਿਰ ਨਹੀਂ ਚੱਲਦੇ। ਕੁਝ ਲੋਕ ਤੁਸੀਂ ਸੁਣੇ ਹੋਣਗੇ ਧਰਮ ਦੀ ਦੁਨੀਆ 'ਚ ਬੜੇ ਚਰਤ ਸਨ, ਬੜੇ ਲੋਕੀ ਉਹਨਾਂ ਦੇ ਮਗਰ ਲੱਖਾਂ ਦੀ ਤਰ੍ਹਾਂ ਭੀੜਾਂ ਲੱਗਦੀਆਂ ਸਨ, ਤੇ ਕੁਝ ਚਿਰ ਬਾਅਦ ਦੇਖੋਗੇ ਉਹ ਲੋਕੀ ਜੇਲ੍ਹਾਂ 'ਚ ਬੈਠੇ ਹੁੰਦੇ ਨੇ। ਇਹ ਪਖੰਡ ਦੇ ਅੱਡੇ ਨੇ ਕਾਇਮ ਹੋਏ। ਪਖੰਡ ਪ੍ਰਫੁੱਲਤ ਬੜੀ ਜਲਦੀ ਹੁੰਦਾ ਹੈ, ਪਖੰਡ ਤਬਾਹ ਬੜੀ ਜਲਦੀ ਹੁੰਦਾ ਹੈ। ਪਖੰਡ ਮਗਰ ਲੱਗੇ ਲੋਕ ਕਦੀ ਸੁਖੀ ਨਹੀਂ ਹੋ ਸਕਦੇ। ਇਸ ਕਰਕੇ ਸਤਿਗੁਰੂ ਜੀ ਹੱਸ ਕੇ ਕਹਿਣਗੇ ਮਰਦਾਨਿਆਂ ਇੱਥੇ ਤੇ ਹੈ ਹੀ ਪਖੰਡ ਹੈ। ਚਲੋ ਆਪਾਂ ਚੱਲੀਏ ਔਰ ਦੇਖੀਏ, ਪਖੰਡ ਬੜੀ ਜਲਦੀ ਬਰਬਾਦ ਹੋ ਜਾਏਗਾ। ਹੁਣ ਤੇਸ਼ਨ ਮੇਲੇ ਵਿੱਚ ਵਿਸਾਲਾ ਪਰੀ ਲੜਾਈ ਮਹਾ ਕਰਾਲਾ। ਸਤਿਗੁਰੂ ਜੀ ਤੁਰ ਪਏ ਆਪਣੀ ਮੌਜ ਕਰਨੀ ਰੱਬ ਦੀ, ਜਿੱਥੇ ਬਹੁਤ ਭੀੜ ਹੁੰਦੀ ਹੈ। ਭਾਵੇਂ ਧਰਮ ਸਥਾਨ ਹੋਣ, ਤੁਸੀਂ ਦੇਖ ਲਓ, ਭੀੜ ਹੋਏ ਉੱਥੇ ਜੇਬ ਕਤਰੇ ਆ ਜਾਣਗੇ, ਜੁੱਤੀਆਂ ਚੁੱਕਣ ਵਾਲੇ ਆ ਜਾਣਗੇ, ਹੋਰ ਕਈ ਤਰ੍ਹਾਂ ਦੇ ਸ਼ਰਾਰਤੀ ਅਨਸਰ ਇਹੋ ਜਿਹੀਆਂ ਭੀੜਾਂ 'ਚ ਇਕੱਠੇ ਹੋ ਜਾਂਦੇ ਨੇ। ਉਹਨਾਂ ਲਈ ਕੋਈ ਧਰਮ ਨਹੀਂ ਹੁੰਦਾ, ਉਹਨਾਂ ਦਾ ਕੰਮ ਆਪਣਾ ਮਸਲਾ ਹੱਲ ਕਰਨਾ ਹੁੰਦਾ ਹੈ। ਇਹੋ ਜਿਹੇ ਥਾਂ ਤੇ ਕੀ ਹੋਇਆ, ਕੁਦਰਤੀ ਇੱਕ ਥਾਂ ਤੇ ਹੰਗਾਮਾ ਹੋ ਗਿਆ ਉਸ ਮੇਲੇ ਦੇ ਵਿੱਚ। ਜਿਵੇਂ ਜੇਬ ਕਤਰੇ ਵੜਦੇ ਨੇ, ਕੁਝ ਲੁੱਟੋ ਖੋਹ ਕਰਨ ਵਾਲੇ ਵੜ ਗਏ, ਰੌਲਾ ਰੱਪਾ ਪੈ ਗਿਆ, ਤੇ ਇਹੋ ਜਿਹੇ ਅਨਸਰ ਜਿਹੜੇ ਨੇ ਉਹ ਗੁੰਡਾਗਰਦੀ ਵੀ ਕਰਦੇ ਨੇ। ਇਹੋ ਜਿਹੀ ਘਟਨਾ ਇਸ ਮੇਲੇ 'ਚ ਵਾਪਰ ਗਈ। ਚੌਂ ਦਿਸ ਮੈਂ ਚਮਕੇ ਸ਼ਮਸ਼ੇਰਾ ਧਰ ਪਰ ਸ਼ੌਨਤ ਗਿਰੇ ਕਨੇਰਾ। ਗੱਲ ਕੀ ਲੜਾਈ ਚੱਲ ਪਈ, ਲੜਾਈ ਦੇ ਨਾਲ ਡਾਂਗਾ ਸੁੱਟੇ, ਤਲਵਾਰਾਂ ਕੱਢ ਲੀਆਂ, ਇਧਰ ਉਧਰ ਰੌਲਾ ਰੱਪਾ ਪੈ ਗਿਆ। ਕਟੇ ਕਿਤਕ ਹੋਏ ਮ੍ਰਿਤਕ ਪਰਹੀ ਕੇਤਕ ਕਾਇਲ ਘੂਮਤ ਫਿਰਹੀ। ਇੱਕ ਦੋ ਮਾਰੇ ਵੀ ਗਏ, ਕੁਝ ਜ਼ਖਮੀ ਹੋ ਗਏ, ਕਈ ਇਧਰ ਉਧਰ ਨੂੰ ਭੱਜਣੇ ਸ਼ੁਰੂ ਹੋ ਗਏ। ਬਹੁਰੋ ਲੂਟ ਪਰੀ ਤੇ ਥਾਈ ਬਲੀ ਖਸੋਟੇ ਵਸਤ ਪਰਾਈ। ਇਹੋ ਜੀ ਆਪ ਮਹਾਰੀ ਅਗਿਆਨੀ ਲੋਕਾਂ ਦੀ ਭੀੜ ਇਕੱਠੀ ਹੋਈ ਹੋਵੇ ਨਾ, ਉਹ ਭੀੜ ਨੂੰ ਫਿਰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ। ਇੱਕ ਵਾਰੀ ਰੌਲਾ ਮੱਚ ਜੇ ਤੇ ਫਿਰ ਬੰਦੇ ਹੀ ਬੰਦਿਆਂ ਨੂੰ ਮਿੱਧਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਭੀੜਾਂ 'ਚ। ਫਿਰ ਨਹੀਂ ਦੇਖਦੇ ਕਿ ਵੀ ਸਾਡਾ ਹੀ ਨਾਲ ਦਾ ਹੈ ਜਾਂ ਇਹ ਸ਼ਰਧਾਲੂ ਹੈ, ਆਪਣਿਆਂ ਨੂੰ ਮਿੱਧਣਾ ਸ਼ੁਰੂ ਕਰ ਦਿੰਦੇ ਨੇ। ਭੀੜ ਹੈ ਨਾ, ਕਿਉਂਕਿ ਉਹ ਕੋਈ ਸੰਗਤ ਨਹੀਂ ਸੀ ਜਾਂ ਉਹ ਕੋਈ ਸਿਆਣੇ ਲੋਕ ਨਹੀਂ ਸਨ, ਉਹ ਤੇ ਦੇਖਾ ਦੇਖੀ ਇਕੱਠੇ ਹੋਏ ਸਨ। ਇਸ ਕਰਕੇ ਇਹੋ ਜਿਹਾ ਰੌਲਾ ਪਿਆ। ਥੋੜੀ ਜੀ ਡਾਂਗ ਸੋਟਾ ਚੱਲਿਆ, ਇੱਕ ਦੋ ਵੱਡੇ ਗਏ, ਕੱਟੇ ਗਏ, ਮਾਰੇ ਗਏ, ਦੌੜ ਭੱਜ ਮੱਚੀ, ਤੇ ਹੋਰ ਸ਼ਰਾਰਤੀਆਂ ਨੇ ਵੀ ਉੱਥੇ ਦੁਕਾਨਾਂ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜੋ ਉੱਥੇ ਸੀ ਉਹਨਾਂ ਨੂੰ ਲੁੱਟਣਾ ਕੁੱਟਣਾ ਸ਼ੁਰੂ ਕਰ ਦਿੱਤਾ। ਜੈ ਦੰਬੀ ਕੋ ਸਦਨ ਸੁਹਾਵਨ ਨਰ ਪਹੁੰਚੇ ਤੇ ਵਸਤ ਲਿਆਵਨ। ਗੱਲ ਕੀ, ਰੌਲਾ ਰੱਪਾ ਇੰਨਾ ਵੱਧ ਗਿਆ ਕਿ ਉਹ ਜਿਹੜਾ ਪਖੰਡ ਦਾ ਅੱਡਾ ਸੀ ਨਾ, ਉਹ ਜਿਹੜੇ ਸੀ ਨਾ ਲੁੱਟਣ ਖੋਹ ਕਰਨ ਵਾਲੇ, ਉਹ ਉਧਰ ਨੂੰ ਵੀ ਵਧਣੇ ਸ਼ੁਰੂ ਹੋ ਗਏ, ਉਸ ਅਸਥਾਨ ਵੱਲ ਨੂੰ ਚੱਲ ਪਏ। ਸਰਬ ਸਮਾਜ ਤੋ ਤਿਸ ਕੇਰਾ ਲੂਟ ਲੀਨ ਤਬਈ ਬਿਨ ਦੇਰਾ। ਬਾਹਰੋਂ ਦੁਕਾਨਾਂ ਤੇ ਉਹਨਾਂ ਨੇ ਲੁੱਟੀਆਂ ਹੀ, ਕਰਦੇ ਕਰਦੇ ਪਖੰਡੀ ਦਾ ਜਿੱਧਰ ਅਸਥਾਨ ਸੀ ਉਧਰ ਚਲੇ ਗਏ, ਉਹਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ। ਤਗ ਦਸੇ ਨਰ ਪੌਰੰਦਾਰੀ ਮਜ ਬਰਬਾਲਾ ਏਕ ਸੁੰਦਾਰੀ। ਆਖਰ ਕੀ ਹੋਇਆ, ਕੁਝ ਸ਼ਰਾਰਤੀਆਂ ਨੇ, ਰੌਲਾ ਰੱਪਾ ਪਾਉਣ ਵਾਲਿਆਂ ਨੇ ਉਹ ਦਰਵਾਜ਼ੇ ਨੂੰ ਤੋੜ ਦਿੱਤਾ। ਦਰਵਾਜ਼ਾ ਤੋੜ ਕੇ ਅੰਦਰ ਵੜੇ ਤੇ ਅੰਦਰ ਪਤਾ ਕੀ ਦੇਖਿਆ, ਬੜੀ ਸ਼ਰਮ ਵਾਲੀ ਗੱਲ ਦੇਖੀ ਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਸ਼ੌ ਸੁਹਾਗਣ ਹਾਂ, ਲੋਕਾਂ 'ਚ ਇਹ ਅਡੰਬਰ ਕਰਦਾ ਸੀ ਕਿ ਮੈਨੂੰ ਅੱਜ ਦੇ ਦਿਨ ਮੇਰਾ ਸ਼ੌ ਮਿਲ ਲਈ ਆਉਂਦਾ, ਉਹਦੇ ਕੋਲ ਕੋਈ ਇਸਤਰੀ ਬੈਠੀ ਹੈ। ਆਪ ਦਰਅਸਲ ਉਹ ਅਸਲੀਲ ਅਵਸਥਾ 'ਚ ਬੈਠੇ ਸਨ, ਲੋਕਾਂ 'ਚ ਕੇਵਲ ਭਰਮ ਬਣਾਇਆ ਹੋਇਆ ਸੀ। ਸੱਟ ਤੇ ਸਾਧ ਗੇਲ ਕਰੇ ਐਸੇ ਬਹੁ ਕਾਮੀ ਨਰ ਕਰਤ ਸੋ ਜੈਸੇ। ਉਹ ਬੜਾ ਕੁਕਰਮੀ ਬੰਦਾ ਸੀ, ਉੱਥੇ ਬੈਠ ਕੇ ਉਹ ਗਲਤ ਅਵਸਥਾ 'ਚ ਬੈਠਾ ਹੋਇਆ ਸੀ, ਲੋਕਾਂ ਨੇ ਦੇਖ ਲਿਆ। ਨਰ ਦੇਖਤੇ ਕੁਪਤ ਬਸ਼ੇਖਾ ਮਾਰੋ ਮਾਰ ਪਾਜੇ ਪੇਖਾ। ਜਦੋਂ ਲੋਕਾਂ ਨੇ ਦੇਖਿਆ, ਲੋਕਾਂ ਨੂੰ ਗੁੱਸਾ ਚੜ ਗਿਆ, ਲੋਕਾਂ ਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ, ਮਾਰਨਾ ਸ਼ੁਰੂ ਕਰ ਦਿੱਤਾ। ਲਸ਼ਟਕ ਮਾਰ ਗਲੰਥ ਨਿਕਾਰਾ ਲੂਟ ਲਿਓ ਕੇ ਜਿਤ ਪਸਾਰਾ। ਡਾਂਗਾ ਸੋਟਿਆਂ ਨਾਲ ਕੁੱਟ ਕੇ ਉਹਨੂੰ ਗਲੋਂ ਫੜਿਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਹਦਾ ਸਾਰਾ ਉਹ ਡੇਰਾ ਲੁੱਟ ਲਿਆ। ਜੜ ਚੇਤਨ ਜਗ ਇਸ਼ਕੀ ਕਰੀਏ ਵਗਿਆ ਜਾਹੇ। ਦੇਖੋ ਗੁਰੂ ਨਾਨਕ ਸਾਹਿਬ ਜੀ ਆਏ ਸਨ, ਉਹ ਤੇ ਬੜੀ ਮਹਾਨ ਗੱਲ ਹੈ ਕਿ ਸਤਿਗੁਰੂ ਜੀ ਆਪ ਚੱਲ ਕੇ ਆਏ, ਪਰ ਸਤਿਗੁਰੂ ਜੀ ਦੀ ਵਡਿਆਈ ਹੈ ਕਿ ਸਤਿਗੁਰੂ ਜੀ ਨੇ ਕਦੀ ਆਪਾਂ ਜਣਾਇਆ ਨਹੀਂ ਹੈ। ਲੇਕਿਨ ਸਭ ਤੋਂ ਵੱਡੀ ਅਵਗਿਆ ਤੇ ਇਹਦੀ ਇਹ ਸੀ, ਮਨੁੱਖਤਾ ਨੂੰ ਗੁੰਮਰਾਹ ਕਰਨਾ, ਭੋਲੇ ਭਾਲੇ ਲੋਕਾਂ ਨੂੰ ਗਲਤ ਮਾਰਗ ਤੇ ਪਾਉਣਾ, ਉਹਨਾਂ ਦੀ ਧਾਰਮਿਕ ਸ਼ਰਧਾ ਦਾ ਸ਼ੋਸ਼ਣ ਕਰਨਾ, ਇਹ ਸਭ ਤੋਂ ਵੱਡਾ ਗੁਨਾਹ ਹੈ। ਕਿਸੇ ਭੋਲੇ ਲੋਕਾਂ ਨੂੰ ਕੇਵਲ ਗੁੰਮਰਾਹ ਕਰਨਾ,
ਧਰਮ ਦੇ ਨਾਂ ਤੇ ਲੁੱਟਣਾ ਇਹ ਸਭ ਤੋਂ ਵੱਡਾ ਪਾਪ ਹੈ ਦੁਨੀਆ 'ਚ, ਔਰ ਬੜੇ ਲੋਕ ਕਰਦੇ ਨੇ। ਇਸ ਧਰਤੀ ਤੇ ਬਹੁਤ ਪਾਪ ਹੋ ਰਿਹਾ ਹੈ। ਜਿਹੜੇ ਲੋਕੀ ਧਰਮ ਸਥਾਨਾਂ ਤੇ ਨਹੀਂ ਆਉਂਦੇ ਉਹ ਕੀ ਕਰਦੇ ਨੇ ਉਹ ਗੱਲ ਵੱਖਰੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਜਾਂ ਜਿਹੜੇ ਧਰਮ ਨਾਲ ਨਹੀਂ ਜੁੜੇ, ਜਿਹੜੇ ਕਹਿੰਦੇ ਆ ਸਾਡਾ ਧਰਮ ਨਾਲ ਕੋਈ ਵਾਸਤਾ ਨਹੀਂ, ਇਹ ਗੱਲ ਚੇਤੇ ਰੱਖੋ। ਕੁਝ ਲੋਕ ਜਿਨ੍ਹਾਂ ਦਾ ਧਰਮ ਨਾਲ ਜਾਂ ਧਰਮ ਸਥਾਨਾਂ ਨਾਲ ਕੋਈ ਵਾਸਤਾ ਨਹੀਂ ਹੈ, ਪਰ ਉਹਨਾਂ ਦੀ ਜ਼ਿੰਦਗੀ 'ਚ ਇਨਸਾਨੀਅਤ ਬੜੀ ਹੁੰਦੀ ਹੈ, ਉਹਨਾਂ ਦੀ ਜ਼ਿੰਦਗੀ ਦੀ ਕੁਆਲਿਟੀ ਬੜੀ ਹੁੰਦੀ ਹੈ। ਤੁਸੀਂ ਚੋਰਾਂ ਦੀ ਦੁਨੀਆ 'ਚ ਜਾਓਗੇ, ਤੁਸੀਂ ਜੇਬ ਕਤਰਿਆਂ ਦੀ ਦੁਨੀਆ 'ਚ ਜਾਓਗੇ, ਉਹਨਾਂ ਦੇ ਵੀ ਕੁਝ ਅਸੂਲ ਹੁੰਦੇ ਨੇ, ਉਹਨਾਂ ਦੇ ਕੁਝ ਅਸੂਲ ਹੁੰਦੇ ਨੇ। ਮੈਂ ਇੱਕ ਗੱਲ ਸੁਣੀ ਕਿ ਕਿਸੇ ਜੇਬ ਕਤਰੇ ਨੇ ਕਿਸੇ ਦੀ ਜੇਬ ਕੱਟੀ, ਬਟੂਆ ਕੱਢਿਆ, ਬਟੂਆ ਕੱਢਿਆ, ਉਹ 'ਚ ਕੁਝ ਪੈਸੇ ਸਨ, ਪਰ ਬਟੂਆ ਕੱਢਿਆ ਉਹਦੇ ਵਿੱਚ ਇੱਕ ਸਲਿੱਪ ਸੀ ਦਵਾਈ ਦੀ, ਔਰ ਬੜੀ ਖਤਰਨਾਕ ਬਿਮਾਰੀ ਦੀ ਉਹ ਦਵਾਈ ਉੱਤੇ ਲਿਖੀ ਹੋਈ ਸੀ। ਤੇ ਉਹਨੇ ਕੋ ਪੈਸੇ ਸਨ ਜਿੰਨੇ ਕੀ ਉਹ ਦਵਾਈ ਸੀ। ਜੇਬ ਕਤਰੇ ਬੜੇ ਪੜ੍ਹੇ ਲਿਖੇ ਹੁੰਦੇ, ਕੋਈ ਮਾਮੂਲੀ ਬੰਦੇ ਨਹੀਂ ਹੁੰਦੇ। ਉਸ ਜੇਬ ਕਤਰੇ ਨੇ ਉਹਦੇ 'ਚੋਂ ਐਡਰੈਸ ਲੱਭਿਆ, ਉਸ ਵਿਅਕਤੀ ਦੇ ਪੈਸੇ ਉਹਦੇ ਘਰ ਭੇਜਤੇ। ਭਰਾਵਾ ਤੇਰੇ ਵਰਗੇ ਪੈਸੇ ਲੈ ਕੇ ਤੇ ਮੇਰੇ ਘਰ ਸੁੱਖ ਤੋਂ ਵਾਪਰਨਾ। ਇਹ ਇਮਾਨਦਾਰੀ ਜੇਬ ਖਤਰਿਆਂ ਦੀ ਵੀ ਹੁੰਦੀ ਹੈ। ਲੇਕਿਨ ਧਰਮ ਦੀ ਦੁਨੀਆ 'ਚ ਇਹੋ ਜਿਹੇ ਜੇਬ ਕਤਰੇ ਨੇ ਮਾਫ ਕਰਨਾ, ਉਹ ਤੁਹਾਡੀ ਜੇਬ ਵੀ ਕੱਟ ਲੈਣਗੇ, ਲੇਕਿਨ ਮੁੜ ਕੇ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਗਲਤ ਪੈਸੇ ਲੈ ਰਹੇ ਹਾਂ। ਉਹ ਲੋਕਾਂ ਨੂੰ ਲੁੱਟਣਗੇ, ਲੋਕਾਂ ਦੀ ਦਸਾਂ ਦੀ ਕਿਰਤ ਦੇ ਪਾਠ ਪੂਜਾ ਦੇ ਨਾਂ ਤੇ ਲੁੱਟੀ ਚਲੇ ਜਾਣਗੇ ਲੋਕਾਂ ਨੂੰ। ਪਰ ਕਿਉਂਕਿ ਉਹ ਅੰਦਰੋਂ ਮਰ ਚੁੱਕੇ ਹੁੰਦੇ ਨੇ, ਉਹ ਆਤਮਿਕ ਜੀਵਨ ਉਹਨਾਂ ਦਾ ਹੁੰਦਾ ਨਹੀਂ ਹੈ, ਉਹਨਾਂ ਨੂੰ ਇਹ ਕੁਝ ਕਰਦਿਆਂ, ਕੋਈ ਲੁੱਟ ਖਸੁੱਟ ਕਰਦਿਆਂ ਸੰਗ ਸ਼ਰਮ ਰਹਿੰਦੀ ਨਹੀਂ ਹੈ। ਇਸ ਕਰਕੇ ਇਹੋ ਜਿਹਾ ਇਹ ਵਿਅਕਤੀ ਸੀ, ਲੋਕਾਂ ਨੇ ਫੜ ਕੇ ਇਹਨੂੰ ਲੁੱਟਿਆ, ਕੁੱਟਿਆ, ਧੱਕੇ ਮਾਰ ਕੇ ਬਾਹਰ ਕੱਢਤਾ ਕਿ ਤੂੰ ਤੇ ਧਰਮ ਦੇ ਨਾਂ ਤੇ ਕਲੰਕ ਹੈ। ਹਾਲ ਬੁਰਾ ਤੇ ਹੋ ਦਬਾ ਅਚਰਜ ਮਾਨੋ ਨਾਹੀ। ਉਹਦਾ ਬੜਾ ਬੁਰਾ ਹਾਲ ਹੋਇਆ। ਔਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਇਸ ਤਰ੍ਹਾਂ ਦੀ ਜੋ ਗੱਲ ਹੋਈ ਹੈ। ਭਾਈ ਸਾਹਿਬ ਜੀ ਜਿਵੇਂ ਅਗਲੀ ਕਥਾ ਇਸ ਦੀ ਦੱਸਣਗੇ, ਇਹਦਾ ਪਖੰਡ ਦਾ ਅੱਡਾ ਤੇ ਤਬਾਹ ਹੋ ਗਿਆ, ਜੋ ਅਡੰਬਰ ਸੀ ਪੋਲ ਤਾਂ ਖੁੱਲ ਗਿਆ। ਪਰ ਗੁਰੂ ਨਾਨਕ ਸਾਹਿਬ ਪਰਉਪਕਾਰੀ ਨੇ, ਇਹੀ ਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਸਤਿਗੁਰੂ ਜੀ ਨੇ ਕੇਵਲ ਪਖੰਡ ਦਾ ਅੱਡਾ ਇਹਦਾ ਖੋਲਿਆ ਹੀ ਨਹੀਂ, ਪਾਜ ਖੋਲਿਆ ਹੀ ਨਹੀਂ। ਸਤਿਗੁਰੂ ਜੀ ਇਹਨੂੰ ਅਸਲੀ ਫਕੀਰ ਬਣਾ ਦੇਣਗੇ, ਇਹਦੀ ਜ਼ਿੰਦਗੀ ਨੂੰ ਸਫਲ ਕਰ ਦੇਣਗੇ। ਇਹ ਦਾਤ ਤੁਹਾਨੂੰ ਕਿਤੇ ਨਹੀਂ ਮਿਲਣਗੇ। ਬਹੁਤ ਲੋਕ ਮਿਲਣਗੇ ਧਰਮ ਦੇ ਨਾਂ ਤੇ ਸ਼ਰਾਪ ਦੇਣ ਵਾਲੇ, ਬਹੁਤ ਲੋਕ ਮਿਲਣਗੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਵਾਲੇ, ਕੁੱਟਣ ਵਾਲੇ, ਮਾਰਨ ਵਾਲੇ, ਕਿ ਤੁਸੀਂ ਧਰਮ ਦਾ ਨੁਕਸਾਨ ਕੀਤਾ, ਬੇਅਦਬੀ ਕੀਤੀ ਹੈ। ਪਰ ਗੁਰੂ ਨਾਨਕ ਦੀ ਇਹ ਵਡਿਆਈ ਸੀ ਸਤਿਗੁਰੂ ਜੀ ਦੀ, ਕਿ ਉਹਨਾਂ ਨੇ ਜੇ ਕੋਈ ਪਖੰਡੀ ਵੀ ਦੇਖਿਆ, ਜੇ ਕੋਈ ਪਾਪੀ ਵੀ ਦੇਖਿਆ, ਉਹਨੂੰ ਕੇਵਲ ਪਾਪ ਤੋਂ ਛੁਡਾਇਆ ਹੀ ਨਹੀਂ, ਉਹਨੂੰ ਜ਼ਿੰਦਗੀ 'ਚ ਆਦਰਸ਼ਕ ਇਨਸਾਨ ਬਣਾਤਾ, ਮਹਾਨ ਬਣਾਤਾ, ਪੂਜਨੀਕ ਬਣਾਤਾ। ਇਹ ਵਾਰਤਾ ਆਪਾਂ ਕੱਲ ਨੂੰ ਸੁਣਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜਿਓ। ਸਤਿਗੁਰੂ ਸਾਰਿਆਂ ਨੂੰ ਗੁਰਬਾਣੀ ਦਾ ਪਿਆਰ, ਸਤ ਸੰਗਤ ਦਾ ਪਿਆਰ ਬਖਸ਼ਣ। ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।